ਪਿਆਰੇ ਖਾਲਸਾ ਜੀ, ਹੁਣ ਆਪ ਜੀ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਮੋਹਰ ਸਿੰਘ ਜੀ ਅਨਜਾਨ ਚੰਡੀਗੜ੍ਹ ਵਾਲੇ ਵਿਚਾਰ ਕਰਨਗੇ। ਇਹਨਾਂ ਦਾ ਵਿਸ਼ੇ ਹੈ ਕਿਵ ਸਚਿਆਰਾ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਦਰੋਂ ਕਰੋਂ ਵਰੋਸਾਈ ਸਾਧ ਸੰਗਤ ਪਿਆਰ ਦਾ ਸਬੂਤ ਦਿਓ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਤੇ ਅਸੀਂ ਵਿਚਾਰ ਕਰ ਰਹੇ ਹਾਂ, ਇਹ ਵਿਸ਼ਾ ਹੈ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਸਚਿਆਰ ਕਿਵੇਂ ਹੋਈਏ? ਪ੍ਰਭੂ ਪਰਮਾਤਮਾ ਔਰ ਜੀਵਾਤਮਾ ਦੇ ਅੰਦਰ ਪਈ ਹੋਈ ਕੂੜ ਅਤੇ ਹਉਮੈ ਦੀ ਦੀਵਾਰ ਕਿਵੇਂ ਟੁੱਟੇ ਔਰ ਅਸੀਂ ਉਸ ਪਰਮਾਤਮਾ ਤੱਕ ਕਿਵੇਂ ਪਹੁੰਚੀਏ। ਪਰਮਾਤਮਾ ਤੱਕ ਕਿਵੇਂ ਪਹੁੰਚੀਏ, ਇਸ ਤੋਂ ਪਹਿਲਾਂ ਗੁਰਮਤਿ ਅਨੁਸਾਰ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਸਰੂਪ ਕੀ ਹੈ, ਥੋੜਾ ਜਾਣਨ ਦਾ ਯਤਨ ਕਰੀਏ। ਗੁਰਦੇਵ ਪਾਤਸ਼ਾਹ ਬਚਨ ਕਰਦੇ ਨੇ, ਇੱਕ ਓੰਕਾਰ, ਕਿ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ, ਜਿਸ ਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ, ਜੋ ਬਿਨਾਂ ਵਿੱਥ ਤੋਂ ਲਗਾਤਾਰ ਅਵਿਰਲ ਇਸ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ, ਜਿਸ ਦਾ ਨਾਮ ਸਦਾ ਹੋਣ ਵਾਲਾ ਹੈ, ਜੋ ਭੈ ਤੋਂ ਰਹਿਤ ਹੈ, ਜੋ ਵੈਰ ਤੋਂ ਰਹਿਤ ਹੈ, ਸੰਸਾਰ ਨੂੰ ਰਚਣ ਵਾਲਾ ਹੈ, ਸੰਸਾਰ ਨੂੰ ਰਚ ਕੇ ਇਸ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ, ਜਿਸ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਜੋ ਕਦੇ ਵੀ ਬੱਚਾ ਜਵਾਨ ਔਰ ਬੁੱਢਾ ਨਹੀਂ ਹੁੰਦਾ ਅਤੇ ਜੋ ਜੂਨਾਂ ਦੇ ਅੰਦਰ ਨਹੀਂ ਆਉਂਦਾ, ਅਜੂਨੀ ਹੈ ਅਤੇ ਜਿਸ ਦਾ ਕੋਈ ਮਾਂ ਨਹੀਂ, ਕੋਈ ਬਾਪ ਨਹੀਂ, ਜੋ ਆਪਣੇ ਆਪ ਤੋਂ ਆਪ ਹੈ। ਐਸਾ ਅਕਾਲ ਪੁਰਖ ਪਰਮਾਤਮਾ ਗੁਰੂ ਦੀ ਰਹਿਮਤ ਦੇ ਨਾਲ ਮਿਲਦਾ ਹੈ। ਪਰ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਣ ਵਾਸਤੇ, ਸਚਿਆਰ ਹੋਣ ਵਾਸਤੇ, ਆਤਮਿਕ ਜੀਵਨ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਅੰਦਰ 4-5 ਸਾਧਨ ਵਰਤੇ ਜਾਂਦੇ ਜਾ ਰਹੇ ਨੇ। ਉਹਨਾਂ ਬਾਰੇ ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਵਿਚਾਰ ਦਿੱਤੀ ਹੈ। ਸਭ ਤੋਂ ਪਹਿਲਾ ਸਾਧਨ ਸੀ ਆਪਣੇ ਆਪ ਨੂੰ ਸੁੱਚਿਆ ਕਰਨਾ, ਸਰੀਰਕ ਸੁਚਮਤਾ ਰੱਖਣੀ ਔਰ ਸਰੀਰਕ ਪਵਿੱਤਰਤਾ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਣਾ। ਗੁਰਦੇਵ ਪਾਤਸ਼ਾਹ ਜੀ ਇਸ ਸਾਧਨ ਦਾ ਖੰਡਨ ਕਰਦੇ ਹੋਏ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਲੱਖਾਂ ਵਾਰ ਵੀ ਜੇ ਮੈਂ ਇਸ ਤਨ ਨੂੰ ਪਵਿੱਤਰ ਕਰਾਂ, ਤਾਂ ਤਨ ਨੂੰ ਪਵਿੱਤਰ ਕਰਨ ਦੇ ਨਾਲ ਮਨ ਕਦੇ ਵੀ ਪਵਿੱਤਰ ਨਹੀਂ ਹੁੰਦਾ। ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਵੀ ਕੀਤਾ ਹੈ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜੇ ਮਨ ਮੈਲਾ ਤਾਂ ਫਿਰ ਸਭ ਕੁਛ ਹੀ ਮੈਲਾ। ਤਨ ਦੇ ਧੋਣ ਦੇ ਨਾਲ ਕਦੇ ਵੀ ਮਨ ਚੰਗਾ ਨਹੀਂ ਹੋਵੇਗਾ। ਦੇਖਦੇ ਹਾਂ ਜਗਤ ਦੇ ਅੰਦਰ ਆਮ ਆਦਮੀ ਤੀਰਥ ਇਸ਼ਨਾਨ ਨੂੰ ਪਵਿੱਤਰਤਾ ਦਾ ਸਾਧਨ ਮੰਨਦਾ ਹੈ, ਪਰ ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਹਨ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਜੇਕਰ ਤੂੰ ਤੀਰਥ ਤੇ ਇਸ਼ਨਾਨ ਕਰਨ ਜਾ ਰਿਹਾ ਹੈ, ਤੇਰਾ ਮਨ ਖੋਟਾ ਹੈ, ਤਨ ਕਰਕੇ ਤੂੰ ਚੋਰ ਹੈ, ਤਾਂ ਤੀਰਥ ਤੇ ਨਹਾਉਣ ਦਾ ਕੋਈ ਲਾਭ ਨਹੀਂ ਹੋਵੇਗਾ। ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜ੍ਹੀਅਸ ਹੋਰ। ਤੀਰਥ ਤੇ ਜਾ ਕੇ ਇਸ਼ਨਾਨ ਕਰ ਮਨੁੱਖ ਇਹ ਸੋਚ ਲੈਂਦਾ ਹੈ ਕਿ ਮੇਰੇ ਪਿਛਲੇ ਕੀਤੇ ਹੋਏ ਕਰਮ ਉਤਰ ਗਏ ਨੇ, ਮੈਂ ਤੀਰਥ ਦਾ ਇਸ਼ਨਾਨ ਕਰਕੇ ਮਹਾਨ ਬਣ ਗਿਆ ਹਾਂ। ਪਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਇਹ ਹੋਰ ਦੁਗਣਾ ਅਹੰਕਾਰ ਲੈ ਕੇ ਵਾਪਸ ਕਰ ਪਰਤਦਾ ਹੈ।
ਔਰ ਜਿਸ ਦੇ ਅੰਦਰ ਅਹੰਕਾਰ ਦਾ ਬੀਜ ਬੀਜਿਆ ਜਾਏ, ਉਸ ਦੇ ਅੰਦਰ ਮਮਤਾ ਦਾ ਅੰਕੁਰ ਫੁੱਟ ਪੈਂਦਾ ਹੈ। ਮਮਤਾ ਦੇ ਅੰਕੁਰ ਤੋਂ ਬਣੇ ਹੋਏ ਪੇੜ ਦੇ ਨਾਲ ਵਿਕਾਰਾਂ ਦੇ ਫਲ ਲੱਗਦੇ ਨੇ, ਔਰ ਇਸ ਤਰ੍ਹਾਂ ਇਹਦਾ ਸਾਰਾ ਜੀਵਨ ਹੀ ਵਿਕਾਰੀ ਬਣ ਜਾਂਦਾ ਹੈ। ਬੋਇਓ ਬੀਜ ਅਹੰਗ ਮਮ ਅੰਕੁਰ ਬੀਤਤ ਔਧ ਕਰਤ ਅਗਨਾ। ਤਾਂ ਗੁਰਦੇਵ ਜੀ ਕਹਿੰਦੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ। ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਗੁਰਦੇਵ ਕਹਿੰਦੇ, ਜਿਸ ਤਰ੍ਹਾਂ ਕੌੜੇ ਕੱਦੂ ਨੂੰ, ਤੂੰਬੜੀ ਨੂੰ ਬਾਹਰੋਂ ਧੋ ਲਿਆ ਜਾਏ, ਅੰਦਰ ਉਸ ਤੇ ਨਿਰੋਲ ਜ਼ਹਿਰ ਕੁੜੱਤਣ ਭਰੀ ਰਹਿੰਦੀ ਹੈ, ਬਾਹਰੋਂ ਧੋਣ ਦੇ ਨਾਲ ਉਸ ਦੀ ਅੰਦਰਲੀ ਕੁੜੱਤਣ ਨਹੀਂ ਜਾਂਦੀ, ਤਿਵੇਂ ਬੰਦਿਆ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ, ਜਲ ਦੇ ਨਿਰੇ ਇਸ਼ਨਾਨ ਦੇ ਨਾਲ ਤੇਰੇ ਮਨ ਦੀ ਮੈਲ ਕਦੇ ਵੀ ਨਹੀਂ ਜਾਏਗੀ। ਗੁਰੂ ਸਾਹਿਬ ਪਾਵਨ ਬਾਣੀ ਦੇ ਅੰਦਰ ਹੋਰ ਥਾਂ ਵੀ ਬਚਨ ਕਰਦੇ ਨੇ, ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਾਵਹਿ, ਜੈਸੇ ਮੇਂਢਕ ਤੈਸੇ ਓਇ ਨਰ, ਫਿਰ ਫਿਰ ਜੂਨੀ ਆਵੈ। ਕਿ ਨਿਰੇ ਪਾਣੀ ਦੇ ਇਸ਼ਨਾਨ ਦੇ ਨਾਲ ਜੇ ਉੱਚੀ ਆਤਮਕ ਅਵਸਥਾ ਮਿਲਦੀ ਹੋਵੇ, ਤਾਂ ਮੇਂਢਕ ਡੱਡੂ ਹਮੇਸ਼ਾ ਪਾਣੀ ਦੇ ਅੰਦਰ ਹੀ ਇਸ਼ਨਾਨ ਕਰਦੇ ਨੇ। ਗੁਰੂ ਸਾਹਿਬ ਕਹਿੰਦੇ, ਜਿਸ ਤਰ੍ਹਾਂ ਮੇਂਢਕ ਨੇ, ਤਿਵੇਂ ਹੀ ਉਹ ਬੰਦੇ ਨੇ ਜੋ ਤੀਰਥ ਇਸ਼ਨਾਨ ਨੂੰ ਹੀ ਮੁਕਤੀ ਦਾ ਸਾਧਨ ਮੰਨਦੇ ਨੇ। ਭਗਤ ਕਬੀਰ ਜੀ ਨੇ ਤਾਂ ਬਚਨ ਕੀਤਾ, ਕਹਿਣ ਲੱਗੇ, ਬੰਦਿਆ ਤੂੰ ਤੀਰਥਾਂ ਤੇ ਇਸ਼ਨਾਨ ਕਰਕੇ ਆਪਣੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨੀ ਚਾਹੁੰਦਾ ਹੈ, ਪਰ ਮੈਂ ਕਹਿੰਦਾ ਹਾਂ, ਜੇ ਤੂੰ ਗੰਗਾ ਜਾਂ ਹੋਰ ਐਸੇ ਤੀਰਥਾਂ ਦੇ ਕਿਨਾਰੇ ਤੇ ਹੀ ਆਪਣਾ ਘਰ ਬਣਾ ਲਵੇਂ, ਲਗਾਤਾਰ ਤੂੰ ਗੰਗਾ ਦਾ ਪਾਵਨ ਪਵਿੱਤਰ ਔਰ ਨਿਰਮਲ ਮੰਨਿਆ ਜਾਣ ਵਾਲਾ ਪਾਣੀ ਪੀਂਦਾ ਵੀ ਰਹੇ, ਤਾਂ ਵੀ ਤੇਰੇ ਅੰਦਰ ਆਤਮਿਕ ਸ਼ਾਂਤੀ ਵਾਲਾ ਜੀਵਨ ਘਟਿਤ ਨਹੀਂ ਹੋਵੇਗਾ। ਤੇਰੇ ਅੰਦਰ ਆਨੰਦ, ਵਿਗਾਸ, ਖੇੜਾ, ਖੁਸ਼ੀਆਂ ਔਰ ਪ੍ਰਸੰਨਤਾ ਨਹੀਂ ਆਉਣਗੀਆਂ। ਤੇਰਾ ਅੰਦਰ ਫਿਰ ਵੀ ਸਚਿਆਰ ਨਹੀਂ ਹੋਵੇਗਾ ਬਿਨਾਂ ਪ੍ਰਭੂ ਪਰਮਾਤਮਾ ਦੀ ਭਗਤੀ ਤੋਂ। ਪਾਵਨ ਬਾਣੀ ਦਾ ਵਾਕ ਹੈ, ਕਬੀਰ ਗੰਗਾ ਤੀਰ ਜੋ ਕਰ ਕਰੈ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਪ੍ਰਭੂ ਪਰਮਾਤਮਾ ਦੀ ਭਗਤੀ ਔਰ ਬੰਦਗੀ ਤੋਂ ਬਿਨਾਂ ਕਦੇ ਵੀ ਇਹ ਇਨਸਾਨ ਵਿਕਾਰਾਂ ਤੋਂ ਖਲਾਸੀ ਨਹੀਂ ਪਾ ਸਕਦਾ। ਇਹਦੀ ਉੱਚੀ ਆਤਮਿਕ ਅਵਸਥਾ ਨਹੀਂ ਮਿਲ ਸਕਦੀ ਇਸ ਨੂੰ, ਜਦੋਂ ਤੱਕ ਇਹ ਪ੍ਰਭੂ ਪਰਮਾਤਮਾ ਦੀ ਭਗਤੀ ਔਰ ਬੰਦਗੀ ਨਾ ਕਰੇ। ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਹੋਰ ਥਾਂ ਵੀ ਬਚਨ ਕੀਤਾ ਹੈ, ਸੋਚੇ ਇਹ ਨਾ ਆਖੀਐ, ਬਹਿਨ ਜੇ ਪਿੰਡਾ ਧੋਏ, ਸੋਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਅਸਲ ਸੁੱਚੇ ਉਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਜੋ ਕੇਵਲ ਸਰੀਰਕ ਇਸ਼ਨਾਨ ਕਰਕੇ ਹੀ ਬਹਿ ਜਾਂਦੇ ਹਨ। ਅਸਲ ਸੁੱਚੇ ਤਾਂ ਉਹ ਨੇ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਆਪ ਆ ਕੇ ਵਸ ਗਿਆ। ਤੋ ਗੁਰੂ ਸਾਹਿਬ ਜੀ ਕਹਿੰਦੇ, ਜੇ ਮੈਂ ਲੱਖਾਂ ਵਾਰ ਵੀ ਐਸ ਤਨ ਨੂੰ ਧੋਵਾਂ, ਐਸ ਤਨ ਨੂੰ ਪਵਿੱਤਰ ਕਰਾਂ, ਤਾਂ ਨਿਰਾ ਤਨ ਦੇ ਧੋਣ ਦੇ ਨਾਲ ਕਦੇ ਵੀ ਇਹ ਮਨ ਪਾਵਨ ਔਰ ਪਵਿੱਤਰ ਨਹੀਂ ਹੋਵੇਗਾ, ਕਦੇ ਵੀ ਉੱਚੀ ਆਤਮਿਕ ਅਵਸਥਾ ਨਹੀਂ ਬਣੇਗੀ। ਦੂਜਾ ਸਾਧਨ ਜੋ ਜਗਤ ਦੇ ਅੰਦਰ ਵਰਤਿਆ ਜਾਂਦਾ ਰਿਹਾ ਹੈ, ਉਹ ਹੈ ਚੁੱਪ ਕਰ ਜਾਣਾ, ਉਹ ਹੈ ਮੌਨ ਧਾਰਨ ਕਰ ਲੈਣਾ। ਪਰ ਗੁਰੂ ਸਾਹਿਬ ਜੀ ਕਹਿੰਦੇ, ਨਿਰੀ ਜ਼ਬਾਨ ਨੂੰ ਚੁੱਪ ਕਰਾਉਣ ਦੇ ਨਾਲ ਕਦੇ ਵੀ ਮਨ ਚੁੱਪ ਨਹੀਂ ਕਰਦਾ। ਮਨ ਦੇ ਅੰਦਰ ਤਾਂ ਸੰਕਲਪ ਔਰ ਵਿਕਲਪ ਉੱਠਦੇ ਹੀ ਰਹਿੰਦੇ ਨੇ, ਮਨ ਦੇ ਅੰਦਰ ਫੁਰਨਿਆਂ ਦਾ ਵੇਗ ਚੱਲਦਾ ਹੀ ਰਹਿੰਦਾ ਹੈ, ਮਨ ਦੇ ਅੰਦਰ ਵਿਚਾਰ ਔਰ ਕਲਪਨਾਵਾਂ ਉੱਠਦੀਆਂ ਰਹਿੰਦੀਆਂ ਨੇ। ਜੇਕਰ ਤੂੰ ਨਿਰਾ ਮੌਨ ਧਾਰਨ ਕਰ ਲਵੇਂ, ਤਾਂ ਤੇਰਾ ਮੌਨ ਧਾਰਨ ਕਰਨ ਦੇ ਨਾਲ ਕਦੇ ਵੀ ਤੇਰਾ ਮਨ ਚੁੱਪ ਨਹੀਂ ਕਰੇਗਾ। ਮਿਸਾਲ ਵਜੋਂ ਅਸੀਂ ਹੁਣ ਚੁੱਪ ਕਰਕੇ ਬੈਠੇ ਹਾਂ, ਜ਼ਬਾਨ ਤਾਂ ਚੁੱਪ ਹੈ, ਲੇਕਿਨ ਕੀ ਮਨ ਚੁੱਪ ਹੋ ਗਿਆ? ਐਸਾ ਕਦੇ ਵੀ ਨਹੀਂ ਸੋਚਿਆ ਜਾ ਸਕਦਾ। ਮਨ ਦੇ ਅੰਦਰ ਵਿਚਾਰ ਉੱਠ ਹੀ ਰਹੇ ਨੇ। ਮਨ ਕਦੇ ਘਰ ਚਲਾ ਜਾਏਗਾ, ਕਦੇ ਬਾਜ਼ਾਰ, ਕਦੇ ਦੁਕਾਨ ਤੇ, ਔਰ ਕਦੇ ਹੋਰ ਕਿਸੇ ਕਾਰਜ ਦੇ ਅੰਦਰ ਉਲਝ ਜਾਏਗਾ। ਇਹ ਮਨ ਦਾ ਸੁਭਾਵ ਹੈ।
कबहू जियड़ा ऊब चढ़त है, कबहू जाए प्याले, लोभी जियड़ा थिर ना रहत है, चारे कुंडा भाले। और ਇਹ ਇਹਦੇ ਦੁੱਖਾਂ ਦਾ ਕਾਰਨ ਵੀ ਹੈ। ਗੁਰੂ ਸਾਹਿਬ ਕਹਿੰਦੇ ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪੱਲਰ ਤਿਆਗ ਮਹਾ ਦੁਖ ਪਾਵੈ। ਇਹ ਧਿਆਨ, ਇਹ ਮਨ ਜਗਤ ਦੇ ਅੰਦਰ ਭਟਕਦਾ ਹੈ। ਇਸ ਤਰ੍ਹਾਂ ਇਹ ਸੁਖਾਂ ਨੂੰ ਤਿਆਗ ਕੇ ਮਹਾਨ ਦੁੱਖਾਂ ਦੀ ਪ੍ਰਾਪਤੀ ਕਰਦਾ ਹੈ। ਤੋ ਖੈਰ, ਜੇ ਕਿਸੇ ਨੇ ਜ਼ਬਾਨ ਨੂੰ ਬੰਦ ਕਰ ਲਿਆ ਤਾਂ ਜ਼ਬਾਨ ਨੂੰ ਬੰਦ ਕਰਨ ਦੇ ਨਾਲ ਕਦੇ ਵੀ ਮਨ ਸ਼ਾਂਤ ਔਰ ਚੁੱਪ ਨਹੀਂ ਹੋਵੇਗਾ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਾਕ ਵੀ ਹੈ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈਐ ਜੋਨੀ। ਮਨੁੱਖ ਨੇ ਮੌਨ ਧਾਰਨ ਕਰ ਲਿਆ, ਬੋਲ ਨਹੀਂ ਰਿਹਾ, ਮੌਨ ਧਾਰਨ ਕਰਕੇ ਬਹਿ ਗਿਆ, ਲੇਕਿਨ ਇਸ ਦੇ ਅੰਦਰ ਕਲਪਨਾ ਚੱਲ ਰਹੀ ਹੈ, ਇਸ ਦੇ ਅੰਦਰ ਭਟਕਣਾ ਹੈ, ਇਹਦੇ ਅੰਦਰ ਵਿਚਾਰਾਂ ਦਾ ਵੇਗ ਚੱਲ ਰਿਹਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਤਾਂ ਇਹ ਜੂਨੀਆਂ ਦੇ ਅੰਦਰ ਹੀ ਘੁਮਾਇਆ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਵਨ ਬਚਨ ਕਰਦੇ ਨੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਕ ਧਿਆਨ ਲਗਾਇਓ। ਕੀ ਹੋਇਆ ਜੇ ਤੂੰ ਦੋ ਅੱਖਾਂ ਬੰਦ ਕਰਕੇ ਬਹਿ ਗਿਆ, ਧਿਆਨ ਲਗਾਉਣ ਦਾ ਵਿਖਾਵਾ ਕੀਤਾ। ਇਸ ਤਰ੍ਹਾਂ ਤਾਂ ਬਗਲਾ ਵੀ ਧਿਆਨ ਲਗਾਉਂਦਾ ਹੈ। ਜੇ ਨਿਰੀਆਂ ਅੱਖਾਂ ਬੰਦ ਕਰਨ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ ਰੱਬ ਮਿਲਦਾ ਹੋਵੇ, ਬੰਦਾ ਸਚਿਆਰ ਹੁੰਦਾ ਹੋਵੇ, ਤਾਂ ਇਹ ਤਾਂ ਬਹੁਤ ਹੀ ਸੌਖਾ ਸਾਧਨ ਹੋ ਗਿਆ। ਪਰ ਗੁਰੂ ਸਾਹਿਬ ਕਹਿੰਦੇ ਇਸ ਢੰਗ ਦੇ ਨਾਲ ਕਦੇ ਵੀ ਤੇਰਾ ਮਨ ਚੁੱਪ ਨਹੀਂ ਕਰੇਗਾ, ਸ਼ਾਂਤ ਨਹੀਂ ਹੋਵੇਗਾ। ਬੇਸ਼ੱਕ ਤੂੰ ਲਗਾਤਾਰ ਲਿਵ ਬਿਰਤੀ ਵੀ ਲਗਾਈ ਰੱਖੇ। ਗੁਰੂ ਸਾਹਿਬ ਕਹਿੰਦੇ ਜੇ ਮੈਂ ਲਗਾਤਾਰ ਲਿਵ ਬਿਰਤੀ ਵੀ ਲਗਾਈ ਰੱਖਾਂ ਤਾਂ ਵੀ ਇਹ ਮਨ ਸ਼ਾਂਤ ਨਹੀਂ ਹੋਵੇਗਾ, ਇਹ ਮਨ ਚੁੱਪ ਨਹੀਂ ਹੋਵੇਗਾ। ਇਹਦੇ ਅੰਦਰ ਆਸ਼ਾ ਔਰ ਤ੍ਰਿਸ਼ਨਾ ਦਾ ਵੇਗ ਪੈਦਾ ਹੁੰਦਾ ਹੀ ਰਹੇਗਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਤੀਜਾ ਸਾਧਨ ਇਸ ਜਗਤ ਦੇ ਅੰਦਰ ਇਹ ਵਰਤਿਆ ਗਿਆ ਕਿ ਮਨ ਜੋ ਵੀ ਮੰਗਦਾ ਹੈ, ਇਸ ਮਨ ਨੂੰ ਉਹ ਕੁਛ ਦੇ ਦਿਓ। ਆਖਿਰ ਇਹ ਮਨ ਸੰਸਾਰ ਦੇ ਪਦਾਰਥਾਂ ਔਰ ਸੁੱਖਾਂ ਨੂੰ ਭੋਗ ਭੋਗ ਕੇ ਰੱਜ ਜਾਏਗਾ, ਤ੍ਰਿਪਤ ਹੋ ਜਾਏਗਾ। ਫਿਰ ਇਹ ਪਰਮਾਤਮਾ ਵਾਲੇ ਪਾਸੇ ਅਗਰਸਰ ਹੋਵੇਗਾ। ਲੇਕਿਨ ਇਹ ਸਾਧਨ ਬੜਾ ਖਤਰਨਾਕ ਸਾਬਤ ਹੁੰਦਾ ਹੈ। ਇਹ ਸਾਧਨ ਤਾਂ ਐਸਾ ਹੈ ਜਿਵੇਂ ਕੋਈ ਲੱਕੜਾਂ ਦੀਆਂ ਬਾਲਣ ਪਾ ਕੇ, ਲੱਕੜਾਂ ਪਾ ਕੇ ਅੱਗ ਨੂੰ ਬੁਝਾਉਣ ਦਾ ਯਤਨ ਕਰੇ। ਇਹ ਇੱਕ ਮੂਰਖਤਾਪੂਰਨ ਸਾਧਨ ਹੈ। ਜਿਵੇਂ ਜਿਵੇਂ ਅੱਗ ਦੇ ਭਾਂਬੜ ਵਿੱਚ ਕੋਈ ਲੱਕੜਾਂ ਪਾ ਕੇ ਬੁਝਾਉਣ ਦਾ ਯਤਨ ਕਰੇਗਾ, ਤਿਵੇਂ ਤਿਵੇਂ ਅੱਗ ਦਾ ਭਾਂਬੜ ਹੋਰ ਤੇਜ਼ ਹੋ ਕੇ ਬਲੇਗਾ। ਜਿਵੇਂ ਜਿਵੇਂ ਇਹ ਮਨ ਨੂੰ ਸੰਸਾਰ ਦੇ ਪਦਾਰਥ ਮਿਲਣਗੇ, ਤਿਵੇਂ ਤਿਵੇਂ ਇਸ ਮਨ ਦੇ ਅੰਦਰ ਤ੍ਰਿਸ਼ਨਾ ਦਾ ਵੇਗ ਹੋਰ ਵਧੇਗਾ। ਗੁਰੂ ਸਾਹਿਬ ਜੀ ਦਾ ਪਾਵਨ ਵਾਕ ਵੀ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋੜੇ, ਮਨ ਨਾ ਹੋ ਰਹਿ ਪਰੈ ਪਰੈ ਹੀ ਕੋ ਲੁਝੀ ਹੈ। ਕਿਸੇ ਵਿਰਲੇ ਦੀ ਤ੍ਰਿਸ਼ਨਾ ਬੁਝਦੀ ਹੈ, ਇਹ ਲੱਖਾਂ ਜੋੜਨ ਤੋਂ ਬਾਅਦ ਕਰੋੜਾਂ ਦੇ ਪਿੱਛੇ ਦੌੜਦਾ ਹੈ ਔਰ ਪਰਾਂ ਪਰਾਂ ਨੂੰ, ਅਗਾਂ ਅਗਾਂ ਨੂੰ ਹੀ ਲੁਝਦਾ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਪਦਾਰਥ ਮੈਨੂੰ ਮਿਲ ਜਾਣ, ਸੰਸਾਰ ਦੇ ਪਦਾਰਥਾਂ ਤੋਂ ਬਾਅਦ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਆਦਿਕ ਜੋ ਮੰਨੀਆਂ ਗਈਆਂ ਪੁਰੀਆਂ ਨੇ, ਉਹਨਾਂ ਪੁਰੀਆਂ ਦੇ ਪਦਾਰਥ ਵੀ ਮੈਂ ਬੰਨ ਲਵਾਂ, ਉਹ ਵੀ ਮੈਨੂੰ ਮਿਲ ਜਾਣ, ਤਾਂ ਵੀ ਤ੍ਰਿਸ਼ਨਾ ਦੇ ਅਧੀਨ ਰਿਹਾ ਕਦੇ ਵੀ ਇਸ ਮਨ ਦੀ ਭੁੱਖ ਨਹੀਂ ਉਤਰਦੀ ਔਰ ਇਹ ਮਨ ਕਦੇ ਵੀ ਤ੍ਰਿਪਤ ਨਹੀਂ ਹੁੰਦਾ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਚੌਥਾ ਸਾਧਨ ਸੀ ਸਿਆਣਪਾਂ ਦੇ ਨਾਲ, ਚਲਾਕੀਆਂ ਦੇ ਨਾਲ ਉਸ ਮਾਲਕ ਪਰਮਾਤਮਾ ਨੂੰ ਪਾਉਣ ਦਾ ਯਤਨ ਕਰਨਾ। ਗੁਰੂ ਸਾਹਿਬ ਕਹਿੰਦੇ ਚਲਾਕੀਆਂ ਦੇ ਨਾਲ ਕਦੇ ਵੀ ਤੂੰ ਉਸ ਪਰਮਾਤਮਾ ਨੂੰ ਨਹੀਂ ਪਾ ਸਕੇਗਾ। ਚਲਾਕੀਆਂ ਦੇ ਨਾਲ ਜਗਤ ਨੂੰ ਰਿਝਾਇਆ ਜਾ ਸਕਦਾ ਹੈ, ਚਲਾਕੀਆਂ ਦੇ ਨਾਲ ਸੰਸਾਰ ਦੇ ਪਦਾਰਥ ਪ੍ਰਾਪਤ ਕੀਤੇ ਜਾ ਸਕਦੇ ਹਨ, ਲੇਕਿਨ ਪਰਮਾਤਮਾ ਕੋਈ ਨਿਆਣਾ ਬੱਚਾ ਨਹੀਂ, ਤੂੰ ਜਗਤ ਨੂੰ ਪਤਿਆ ਲਵੇਂਗਾ। ਪਰ ਗੁਰੂ ਸਾਹਿਬ ਕਹਿੰਦੇ ਲੋਕ ਪਤੀਣੇ ਕਛੂ ਨਾ ਹੋਏ, ਨਾਹੀ ਰਾਮ ਅਯਾਨਾ। ਔਰ ਫਿਰ ਉਹ ਪਰਮਾਤਮਾ ਨੂੰ ਗੁਰਦੇਵ ਨੇ
ਬਾਣੀ ਦੇ ਅੰਦਰ ਦਾਨਾ ਔਰ ਬੀਨਾ ਆਖਿਆ। ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਉਹ ਮਾਲਕ ਪ੍ਰਮਾਤਮਾ ਦਾਨਾ ਹੈ, ਭਾਵ ਉਹ ਸਿਆਣਾ ਹੈ, ਉਹ ਹਰ ਕਰਮ ਨੂੰ ਜਾਣਨ ਵਾਲਾ ਹੈ, ਉਹ ਤੇਰੇ ਹਰ ਕਰਮ ਨੂੰ ਜਾਣ ਰਿਹਾ ਹੈ। ਤੇ ਬੀਨਾ ਦਾ ਮਤਲਬ ਉਹ ਪ੍ਰਮਾਤਮਾ ਵੇਖਣ ਵਾਲਾ ਹੈ, ਤੇਰੇ ਹਰ ਕਰਮ ਨੂੰ ਉਹ ਵੇਖ ਵੀ ਰਿਹਾ ਹੈ। ਤਾਂ ਉਸ ਨੂੰ ਚਲਾਕੀਆਂ ਔਰ ਸਿਆਣਪਾਂ ਦੇ ਨਾਲ ਕਦੇ ਵੀ ਰਿਝਾਇਆ ਨਾ ਜਾ ਸਕੇਗਾ, ਕਦੇ ਵੀ ਉਸ ਨੂੰ ਪਾਇਆ ਨਾ ਜਾ ਸਕੇਗਾ, ਔਰ ਸਿਆਣਪਾਂ ਤੇ ਚਲਾਕੀਆਂ ਦੇ ਨਾਲ ਕਦੇ ਵੀ ਸਚਿਆਰ ਨਹੀਂ ਹੋਇਆ ਜਾ ਸਕੇਗਾ। ਤੇਰੀ ਕੋਈ ਵੀ ਸਿਆਣਪ, ਕੋਈ ਵੀ ਚਲਾਕੀ ਪ੍ਰਭੂ ਪਰਮਾਤਮਾ ਤੱਕ ਤੈਨੂੰ ਨਾ ਪਹੁੰਚਾ ਪਾਏਗੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਹੁਣ ਫਿਰ ਸਵਾਲ ਪੈਦਾ ਹੁੰਦਾ ਹੈ, ਗੁਰੂ ਸਾਹਿਬ ਨੇ ਵੀ ਸਵਾਲ ਪੈਦਾ ਕੀਤਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਚਿਆਰ ਕਿਵੇਂ ਹੋਈਏ? ਪ੍ਰਭੂ ਪਰਮਾਤਮਾ ਔਰ ਜੀਵਾਤਮਾ ਦੇ ਦਰਮਿਆਨ ਜੋ ਹਉਮੈ ਔਰ ਕੂੜ ਦੀ ਦੀਵਾਰ ਬਣੀ ਹੋਈ ਹੈ, ਇਸ ਹਉਮੈ ਔਰ ਕੂੜ ਦੀ ਦੀਵਾਰ ਨੂੰ ਕਿਵੇਂ ਤੋੜੀਏ? ਇਹ ਵਿੱਥ ਕਿਵੇਂ ਮਿਟੇ? ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਨਸੀਬ ਹੋਵੇ? ਤਾਂ ਗੁਰਦੇਵ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਇੱਕ ਸਾਧਨ ਦੱਸ ਰਹੇ ਨੇ, ਤੇ ਉਹ ਕਹਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੇ ਨਾਨਕ, ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੇ ਜੋ ਜੀਵ ਦੇ ਨਾਲ ਹੀ ਹੁਕਮ ਲਿਖ ਦਿੱਤਾ ਹੈ, ਉਸ ਰਜ਼ਾ ਦੇ ਮਾਲਕ, ਹੁਕਮ ਦੇ ਮਾਲਕ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਤੁਰਨਾ ਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਹੁਣ ਸਵਾਲ ਪੈਦਾ ਹੁੰਦਾ ਹੈ, ਉਸ ਪਰਮਾਤਮਾ ਦੇ ਹੁਕਮ ਨੂੰ ਅਸੀਂ ਕਿਵੇਂ ਸਮਝੀਏ? ਤੋ ਗੁਰਬਾਣੀ ਅਨੁਸਾਰ ਅਸੀਂ ਉਸ ਪ੍ਰਭੂ ਦੇ ਹੁਕਮ ਨੂੰ ਸਮਝਣ ਦਾ ਯਤਨ ਕਰਦੇ ਹਾਂ। ਗੁਰੂ ਸਾਹਿਬ ਜੀ ਪਾਵਨ ਬਾਣੀ ਦੇ ਅੰਦਰ ਵਚਨ ਕਰਦੇ ਹਨ ਕਿ ਹੇ ਭਾਈ ਲਾਲੋ, ਜੋ ਕੁਛ ਵੀ ਮੈਂ ਬੋਲ ਰਿਹਾ, ਇਹ ਵਿਚਾਰ ਮੇਰੀ ਆਪਣੀ ਨਹੀਂ ਹੈ, ਇਹ ਬਾਣੀ ਮੇਰੀ ਆਪਣੀ ਨਹੀਂ ਹੈ, ਇਹ ਬਾਣੀ ਧੁਰ ਤੋਂ ਆ ਰਹੀ ਹੈ, ਇਹ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਭਾਈ ਲਾਲੋ, ਜੈਸੀ ਬਾਣੀ ਖਸਮ ਅਕਾਲ ਪੁਰਖ ਪਰਮਾਤਮਾ ਪਾਸੋਂ ਮੈਨੂੰ ਮਿਲ ਰਹੀ ਹੈ, ਵੈਸਾ ਹੀ ਮੈਂ ਗਿਆਨ ਕਥਨ ਕਰ ਰਿਹਾ, ਉਹ ਬੋਲ ਹੀ ਮੈਂ ਬੋਲ ਰਿਹਾ। ਗੁਰੂ ਸਾਹਿਬ ਬਾਣੀ ਦੇ ਅੰਦਰ ਹੋਰ ਥਾਵੇਂ ਜ਼ਿਕਰ ਕਰਦੇ ਹਨ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਉ। ਮੈਂ ਆਪ ਕੁਛ ਵੀ ਬੋਲਣਾ ਨਹੀਂ ਜਾਣਦਾ, ਮੈਂ ਜੋ ਕੁਛ ਵੀ ਕਹਿ ਰਿਹਾ ਉਹ ਮੈਂ ਤੇਰਾ ਹੁਕਮ ਹੀ ਕਹਿ ਰਿਹਾ ਹਾਂ। ਗੁਰੂ ਸਾਹਿਬ ਹੋਰ ਥਾਵੇਂ ਕਹਿੰਦੇ ਨੇ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਅਕਾਲ ਪੁਰਖ ਪਰਮਾਤਮਾ ਦੀ ਪਾਵਨ ਪਵਿੱਤਰ ਸਿਫਤ ਸਲਾਹ ਦੀ ਬਾਣੀ ਹੈ, ਜਿਸ ਨੇ ਸਾਰੀਆਂ ਚਿੰਤਾਵਾਂ ਮਿਟਾ ਦਿੱਤੀਆਂ ਨੇ। ਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਅਕਾਲ ਪੁਰਖ ਪਰਮਾਤਮਾ ਦਾ ਜੋ ਹੁਕਮ ਹੈ ਉਹ ਗੁਰੂ ਦੀ ਬਾਣੀ ਹੈ। ਗੁਰੂ ਦੀ ਪਾਵਨ ਪਵਿੱਤਰ ਬਾਣੀ ਅਨੁਸਾਰ ਜੀਵਨ ਬਿਤਾ ਕੇ ਹੀ ਅਸੀਂ ਸਚਿਆਰ ਹੋ ਸਕਦੇ ਹਾਂ। ਜਦੋਂ ਅਸੀਂ ਉਸ ਮਾਲਕ ਪਰਮਾਤਮਾ ਦੇ ਹੁਕਮ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਇਸ ਗੱਲ ਦੀ ਸਮਝ ਪੈਗੀ ਕਿ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਅੰਦਰ ਜੀਵ ਜੰਤ ਪੈਦਾ ਹੋ ਰਹੇ ਨੇ। ਉਸ ਪ੍ਰਭੂ ਦੇ ਹੁਕਮ ਦੇ ਅੰਦਰ ਕੋਈ ਪੁਰਸ਼ ਉੱਚਾ ਹੈ, ਕੋਈ ਪੁਰਸ਼ ਨੀਵਾਂ ਹੈ। ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਅੰਦਰ ਸੁਖ ਮਿਲ ਰਹੇ ਨੇ, ਉਸ ਪ੍ਰਭੂ ਦੇ ਹੁਕਮ ਦੇ ਅੰਦਰ ਦੁੱਖ ਮਿਲ ਰਹੇ ਨੇ। ਪ੍ਰਭੂ ਦੇ ਹੁਕਮ ਦੇ ਅੰਦਰ ਹੀ ਕਿਸੇ ਜੀਵ ਨੂੰ ਬਖਸ਼ ਕੇ ਉਸ ਮਾਲਕ ਦਾ ਮਿਲਾਪ ਨਸੀਬ ਹੁੰਦਾ ਹੈ, ਤੇ ਉਸ ਮਾਲਕ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਕਿਸੇ ਜੀਵ ਨੂੰ ਉਹਦੇ ਹੀ ਕੀਤੇ ਕਰਮਾਂ ਅਨੁਸਾਰ ਜੂਨਾਂ ਔਰ ਜਨਮਾਂ ਦੇ ਅੰਦਰ ਘੁਮਾਇਆ ਜਾਂਦਾ ਹੈ। ਆਓ ਥੋੜੀ ਵਿਚਾਰ ਹੋਰ ਕਰਨ ਦਾ ਯਤਨ ਕਰੀਏ ਕਿ ਜੇ ਅਸੀਂ ਪਾਵਨ ਬਾਣੀ ਨੂੰ ਸਮਝ ਲਈਏ ਔਰ ਪਾਵਨ ਬਾਣੀ ਅਨੁਸਾਰ ਜੀਵਨ ਬਿਤਾਈਏ ਤਾਂ ਬਾਣੀ ਰਾਹੀਂ ਸਾਨੂੰ ਕੀ ਕੁਛ ਮਿਲ ਸਕਦਾ ਹੈ। ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਜੋ ਪਾਵਨ ਪਵਿੱਤਰ ਬਾਣੀ ਹੈ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ
ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬਾਣੀ ਦੀ ਵਿਚਾਰ ਕੋਈ ਵਿਰਲਾ ਕਰੇਗਾ, ਉਹ ਜੋ ਗੁਰੂ ਦੇ ਸਨਮੁਖ ਹੋਵੇਗਾ, ਜੋ ਗੁਰੂ ਅਨੁਸਾਰ ਜੀਵਨ ਬਿਤਾਏਗਾ। ਤੇ ਇਹ ਪਾਵਨ ਪਵਿੱਤਰ ਬਾਣੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ। ਜੋ ਇਸ ਬਾਣੀ ਦੇ ਪਾਵਨ ਹੁਕਮਾਂ ਅਨੁਸਾਰ ਜੀਵਨ ਬਿਤਾਏਗਾ, ਉਹ ਉਸ ਪ੍ਰਭੂ ਪਰਮਾਤਮਾ ਦੇ ਅੰਦਰ ਹੀ ਸਮਾ ਜਾਏਗਾ, ਉਹ ਆਪਣੇ ਨਿਜ ਸਰੂਪ ਨੂੰ ਜਾਣ ਲਵੇਗਾ। ਗੁਰੂ ਸਾਹਿਬ ਹੋਰ ਬਚਨ ਕਰਦੇ ਨੇ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਇਹ ਪਾਵਨ ਬਾਣੀ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਇੱਕ ਧਾਰਾ ਹੈ। ਜਿਸਨੇ ਵੀ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੀ ਇਸ ਬਾਣੀ ਰੂਪ ਧਾਰਾ ਨੂੰ ਪੀਤਾ, ਸੇਵਨ ਕੀਤਾ, ਉਸ ਨੂੰ ਮੋਕਸ਼ ਦੁਆਰਾ ਮਿਲ ਗਿਆ, ਉਹਦੀ ਵਿਕਾਰਾਂ ਤੋਂ ਖਲਾਸੀ ਹੋ ਗਈ। ਇਸ ਲਈ ਗੁਰਦੇਵ ਜੀ ਵਚਨ ਵੀ ਕਰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰ ਮੁਕਤ ਜਨਾਵੈ ਗੋ। ਗੁਰੂ ਬਚਨ ਰੂਪ ਹੈ, ਗੁਰੂ ਦੇ ਬਚਨ ਗੁਰੂ ਦਾ ਰੂਪ ਨੇ। ਜੋ ਵੀ ਗੁਰੂ ਦੇ ਇਹਨਾਂ ਪਾਵਨ ਬਚਨਾਂ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ ਔਰ ਇਹਨਾਂ ਮੁਤਾਬਕ ਜੀਵਨ ਬਿਤਾਏਗਾ, ਉਸ ਨੂੰ ਇਹ ਗੁਰੂ ਦੇ ਬਚਨ, ਗੁਰੂ ਦੀ ਬਾਣੀ ਮੁਕਤੀ ਦਾ ਰਾਸਤਾ ਜਣਾ ਦੇਵੇਗੀ ਔਰ ਇਹ ਮਨੁੱਖ ਮੁਕਤ ਹੋ ਜਾਵੇਗਾ ਗੁਰੂ ਦੀ ਬਾਣੀ ਅਨੁਸਾਰ ਜੀਵਨ ਬਿਤਾ ਕੇ। ਹੁਣ ਗੁਰਦੇਵ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਇੱਕ ਫਰਮਾਨ ਜਾਰੀ ਕੀਤਾ ਹੈ। ਉਹ ਕਹਿੰਦੇ ਕਿ ਸਾਰੇ ਹੀ ਸੇਵਕ ਔਰ ਸਿੱਖ ਗੁਰੂ ਦੀ ਬਾਣੀ ਨੂੰ ਪੜ੍ਹਨ ਵਾਸਤੇ ਆਉਂਦੇ ਨੇ, ਸੁਣਨ ਵਾਸਤੇ ਆਉਂਦੇ ਹਨ, ਸੇਵਾ ਕਰਦੇ ਹਨ, ਪਰ ਸਭ ਦੀ ਬਾਣੀ ਪੜ੍ਹਨੀ, ਸੁਣਨੀ, ਸੇਵਾ ਕੀਤੀ ਪ੍ਰਵਾਨ ਨਹੀਂ ਹੁੰਦੀ। ਪ੍ਰਵਾਨ ਉਹਨਾਂ ਦੀ ਹੁੰਦੀ ਹੈ ਜੋ ਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਮੰਨਦੇ ਨੇ ਔਰ ਗੁਰੂ ਦੀ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਬਿਤਾਉਣ ਦਾ ਯਤਨ ਕਰਦੇ ਹਨ। ਗੁਰਦੇਵ ਜੀ ਦਾ ਪਾਵਨ ਵਾਕ ਹੈ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨ੍ਹਾਂ ਨੇ ਸਤਿਗੁਰ ਦੀ ਆਗਿਆ ਨੂੰ ਸੱਚ ਸੱਚ ਕਰਕੇ ਮੰਨਿਆ ਹੈ, ਉਹਨਾਂ ਦਾ ਗਾਉਣਾ, ਸੁਣਨਾ, ਪੜ੍ਹਨਾ, ਸੇਵਾ ਕਰਨੀ ਸਫਲੀ ਹੋ ਜਾਂਦੀ ਹੈ। ਗੁਰਦੇਵ ਹੋਰ ਥਾਵੇਂ ਬਚਨ ਕਰਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਅਤੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਹ ਸੇਵਾ ਕੀਤੀ ਸਫਲੀ ਹੈ ਜਿਸ ਸੇਵਾ ਰਾਹੀਂ ਗੁਰੂ ਦਾ ਮਨ ਮੰਨ ਜਾਏ, ਗੁਰੂ ਦਾ ਮਨ ਪਤੀਤ ਜਾਏ। ਜਦੋਂ ਗੁਰੂ ਦਾ ਮਨ ਮੰਨ ਜਾਏਗਾ ਤਾਂ ਸਿੱਖ ਦੇ ਸਾਰੇ ਹੀ ਪਾਪ ਔਰ ਵਿਕਾਰ ਨਸ ਜਾਣਗੇ, ਪਾਵਨ ਔਰ ਪਵਿੱਤਰ ਜੀਵਨ ਪ੍ਰਾਪਤ ਹੋ ਜਾਏਗਾ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਚ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨੀ ਚੜੀ ਚਵੱਗਣ ਵੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਤੋ ਅਸੀਂ ਕਹਿ ਸਕਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਕਿ ਤਨ ਮਨ ਔਰ ਧਨ ਗੁਰੂ ਨੂੰ ਸੌਂਪ ਕੇ, ਗੁਰੂ ਦਾ ਹੁਕਮ ਮੰਨ ਕੇ, ਪ੍ਰਭੂ ਦੀ ਰਜ਼ਾ ਅਨੁਸਾਰ ਜੀਵਨ ਬਿਤਾ ਕੇ ਹੀ ਉਸ ਮਾਲਕ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਸਚਿਆਰ ਹੋਇਆ ਜਾ ਸਕਦਾ ਹੈ ਔਰ ਕੂੜ ਦੀ ਦੀਵਾਰ ਨੂੰ ਤੋੜਿਆ ਜਾ ਸਕਦਾ ਹੈ। ਬਾਬਾ ਫਰੀਦ ਜੀ ਨੇ ਪਾਵਨ ਬਾਣੀ ਦੇ ਅੰਦਰ ਸਵਾਲ ਕੀਤਾ ਹੈ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ। ਜਿਤ ਵਸ ਆਵੈ ਕੰਤ, ਮੈਂ ਕਿਹੜੇ ਗੁਣ ਕਰਾਂ, ਮੈਂ ਕਿਹੜੇ ਮਣਕੇ ਅਪਣਾਵਾਂ, ਕਿਹੜਾ ਮੈਂ ਵੇਸ਼ ਧਾਰਨ ਕਰਾਂ, ਜਿਸ ਸਦਕਾ ਉਹ ਮਾਲਕ ਪ੍ਰਮਾਤਮਾ ਮੇਰੇ ਵਸ ਵਿੱਚ ਆ ਜਾਏ ਔਰ ਉਸ ਮਾਲਕ ਦੇ ਨਾਲ ਮੇਰਾ ਮਿਲਾਪ ਹੋ ਜਾਏ। ਬਾਬਾ ਫਰੀਦ ਜੀ ਅਗਲੇ ਪਾਵਨ ਪੰਕਤੀ ਦੇ ਅੰਦਰ ਉੱਤਰ ਦਿੰਦੇ ਹਨ ਤੇ ਕਹਿੰਦੇ ਹਨ, ਨਿਮਨ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ,
ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਤੇਰੇ ਅੰਦਰ ਨਿਮਾਨਤਾ ਹੋਵੇ, ਤੇਰੇ ਅੰਦਰ ਸਹਿਨਸ਼ੀਲਤਾ ਹੋਵੇ ਔਰ ਤੂੰ ਜ਼ਬਾਨ ਦੇ ਨਾਲ ਮਿੱਠੇ ਬੋਲ ਬੋਲੇ, ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰੇ। ਹੇ ਭੈਣੇ, ਜੇ ਤੂੰ ਇਹ ਤਿੰਨ ਵੇਸ ਕਰ ਲਵੇਂ ਤਾਂ ਉਹ ਮਾਲਕ ਪ੍ਰਮਾਤਮਾ ਤੇਰੇ ਵਸ ਵਿੱਚ ਆ ਜਾਏ, ਭਾਵ ਉਸ ਦੇ ਨਾਲ ਤੇਰਾ ਮਿਲਾਪ ਹੋ ਜਾਏ। ਗੁਰੂ ਸਾਹਿਬ ਨੇ ਇੱਕ ਸਵਾਲ ਕੀਤਾ ਹੈ, ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸ਼ਹੁ ਪਾਈਐ। ਤਾਂ ਉਹਨਾਂ ਸੁਹਾਗਣਾ ਭਾਗਣਾ ਸਤਸੰਗੀ ਗੁਰਮੁਖਾਂ ਨੇ ਉੱਤਰ ਦਿੱਤਾ ਹੈ, ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸ਼ਹੁ ਪਾਈਐ। ਤਾਂ ਉੱਤਰ ਮਿਲਿਆ, ਆਪ ਗਵਾਈਐ ਤਾਂ ਸ਼ਹੁ ਪਾਈਐ ਔਰ ਕੈਸੀ ਚਤੁਰਾਈ। ਹੇ ਭੈਣੇ, ਪਰਮਾਤਮਾ ਨੂੰ ਪਾਉਣ ਵਾਸਤੇ ਕੋਈ ਚਤੁਰਾਈ ਕੰਮ ਨਹੀਂ ਆਉਂਦੀ, ਸਗੋਂ ਆਪਣਾ ਆਪਾ ਗਵਾਉਣਾ ਪੈਂਦਾ ਹੈ, ਤਾਂ ਹੀ ਉਹ ਮਾਲਕ ਪਰਮਾਤਮਾ ਮਿਲਦਾ ਹੈ। ਗੁਰੂ ਸਾਹਿਬ ਨੇ ਬਚਨ ਵੀ ਕੀਤਾ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਕਿ ਤੂੰ ਜੀਵਨ ਦੀ ਆਸ਼ਾ ਛੱਡ ਦੇ, ਮੌਤ ਨੂੰ ਕਬੂਲ ਕਰ ਲੈ, ਸਭ ਦੀ ਚਰਨ ਧੂੜ ਹੋ ਜਾ, ਤਾਂ ਹੀ ਤੂੰ ਸਾਡੇ ਪਾਸ ਆ ਸਕੇਗਾ। ਤੋ ਖੈਰ ਆਖਿਰ ਦੇ ਅੰਦਰ ਇਹ ਕਹਿ ਕੇ ਮੈਂ ਖਿਮਾ ਦਾ ਜਾਚਕ ਹਾਂ, ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਸ ਲਈ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨਹੁ, ਹਰ ਹਰ ਕਥਾ ਨਿਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਹੁਣ ਆਪ ਜੀ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਮੋਹਰ ਸਿੰਘ ਜੀ ਅਨਜਾਨ ਚੰਡੀਗੜ੍ਹ ਵਾਲੇ ਵਿਚਾਰ ਕਰਨਗੇ। ਇਹਨਾਂ ਦਾ ਵਿਸ਼ੇ ਹੈ ਅਰਦਾਸ ਕਿਵੇਂ ਕਰੀਏ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਕਾਬਲੇ ਦੀਦਾਰ ਕਾਬਲੇ ਤਾਰੀਫ ਸਾਹਿਬੇ ਕਮਾਲ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰੋਂ ਕਰੋਂ ਵਰੋਸਾਈ ਸਾਧ ਸੰਗਤ, ਪਿਆਰ ਦਾ ਸਬੂਤ ਦਿਓ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਤੇ ਅਸੀਂ ਆਪ ਜੀ ਦੇ ਨਾਲ ਵਿਚਾਰ ਕਰ ਰਹੇ ਹਾਂ, ਵਿਸ਼ਾ ਹੈ ਅਰਦਾਸ। ਅਰਦਾਸ ਇੱਕ ਉਹ ਸ਼ਕਤੀ ਹੈ ਜਿਸ ਰਾਹੀਂ ਸਿੱਖ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਲ ਜੁੜਦਾ ਹੈ। ਅਕਾਲ ਪੁਰਖ ਪਰਮਾਤਮਾ ਦੇ ਨਾਲ ਇਹ ਅਭੇਦ ਹੁੰਦਾ ਹੈ। ਅਰਦਾਸ ਇੱਕ ਉਹ ਤਾਕਤ ਹੈ ਜਿਸ ਰਾਹੀਂ ਸਿੱਖ ਦਾ ਗੁਰੂ ਦੇ ਨਾਲ ਸੰਬੰਧ ਬਣਦਾ ਹੈ ਔਰ ਇਹ ਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਕਿਰਪਾ ਔਰ ਰਹਿਮਤ ਦਾ ਪਾਤਰ ਬਣਦਾ ਹੈ। ਜਦੋਂ ਅਸੀਂ ਗੁਰਬਾਣੀ ਦਾ ਪਠਨ ਪਾਠਨ ਕਰਦੇ ਹਾਂ, ਅਧਿਐਨ ਕਰਦੇ ਹਾਂ, ਤਾਂ ਗੁਰਬਾਣੀ ਦੇ ਅੰਦਰ ਥਾਂ ਪਰ ਥਾਂ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਅਰਜ ਅਰਜ਼ੋਈ ਕੀਤੀ ਗਈ ਹੈ। ਗੁਰੂ ਸਾਹਿਬ ਜੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਹੋਏ ਕਹਿੰਦੇ ਨੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਗੁਰੂ, ਮੈਨੂੰ ਇੱਕ ਗੱਲ ਨਿਸ਼ਚਿਤ ਕਰਾ ਦਿਓ ਕਿ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਦਾਤਾ ਕੇਵਲ ਅਕਾਲ ਪੁਰਖ ਪਰਮਾਤਮਾ ਹੈ। ਇਹ ਗੱਲ ਮੈਨੂੰ ਭੁੱਲੇ ਨਾ, ਇਹ ਗੱਲ ਮੈਨੂੰ ਵਿਸਰੇ ਨਾ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਘਨ ਨ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਗੁਰਦੇਵ ਪਾਤਸ਼ਾਹ ਜੀ ਉਸ ਮਾਲਕ ਪਰਮਾਤਮਾ ਦੇ ਚਰਨਾਂ ਵਿੱਚ ਖੜੇ ਹੋ ਅਰਦਾਸ ਕਰਦੇ ਨੇ, ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ, ਦੇਹ ਆਪਣਾ ਨਾਮ। ਹੇ ਮਾਲਕ,
ਤੂੰ ਮੇਰਾ ਮਾਲਕ ਹੈ, ਮੈਂ ਤੇਰਾ ਦਾਸ ਹਾਂ, ਮੈਂ ਤੇਰੇ ਦਰ ਤੇ ਆਇਆ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼। ਭਗਤ ਧੰਨਾ ਜੀ ਉਸ ਪ੍ਰਭੂ ਦੇ ਚਰਨਾਂ ਵਿੱਚ ਖੜੇ ਹੁੰਦੇ ਨੇ ਤੇ ਕਹਿੰਦੇ ਨੇ, ਹੇ ਪ੍ਰਭੂ, ਮੈਂ ਤੇਰਾ ਲੋੜਵੰਦ ਦਾਸ ਹਾਂ, ਮੈਂ ਤੇਰੇ ਦਰ ਤੇ ਆਇਆ। ਮੈਂ ਸੁਣਿਆ ਜੋ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜ ਸੰਵਾਰ ਦਿੰਦਾ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮੈਂ ਤੇਰੇ ਤੋਂ ਕੁਛ ਸੰਸਾਰਿਕ ਲੋੜਾਂ ਪੂਰੀਆਂ ਕਰਨੀਆਂ ਚਾਹੁੰਨਾ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸਿੰਘ ਕਾ। ਗਊ ਭੈਂਸ ਮੰਗੋ ਲਾਵੇਰੀ, ਇਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਭਗਤ ਕਬੀਰ ਜੀ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਹੇ ਮੇਰੇ ਮਾਲਕ, ਅਦ ਸੇਰ ਮੰਗੋ ਦਾਲੇ, ਮੋਕੋ ਦੋਨੋਂ ਵਖਤ ਜਿਵਾਲੇ। ਖਾਟ ਮੰਗੋ ਚੌਪਾਈ, ਸਿਰਹਾਨਾ ਅਵਰ ਤੁਲਾਈ। ऊपर को मांगो खींधा, तेरी भगत करे जन थींधा। ਤੇ ਪ੍ਰਭੂ ਦੇ ਦਰ ਤੇ ਅਰਦਾਸ ਕਰਕੇ ਦੁਨਿਆਵੀ ਲੋੜਾਂ ਨੂੰ ਪੂਰੀਆਂ ਕਰਨ ਲਈ ਬੇਨਤੀਆਂ ਕਰਕੇ ਕਹਿੰਦੇ, ਪ੍ਰਭੂ ਇਹ ਸਭ ਮੇਰੀਆਂ ਲੋੜਾਂ ਨੇ, ਮੇਰੀਆਂ ਆਸ਼ਾਵਾਂ ਨਹੀਂ ਹਨ। ਮੇਰੇ ਜੀਵਨ ਦੀ ਫੱਬਨ ਤਾਂ ਤੇਰਾ ਨਾਮ ਹੀ ਹੈ। ਦੁਨਿਆਵੀ ਲੋੜਾਂ ਮੰਗ ਕੇ ਮੈਂ ਕੋਈ ਲਾਲਚ ਨਹੀਂ ਕੀਤਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਭੱਟਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ। ਸੁਤਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸਰਨਾਈ। ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਅਰਜ਼ ਕਰਦੇ ਨੇ, ਹੇ ਪ੍ਰਭੂ, ਤੂੰ ਮੇਰੀ ਮਾਂ ਹੈ, ਤੂੰ ਮੇਰਾ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਤੇਰੇ ਚਰਨਾਂ ਵਿੱਚ ਅਰਦਾਸ ਅਰਜ਼ੋਈ ਕਰਦੇ ਹਾਂ, ਸਾਡੇ ਤੇ ਰਹਿਮਤ ਕਰ, ਕਿਉਂਕਿ ਤੇਰੀ ਰਹਿਮਤ ਦੇ ਅੰਦਰ ਅਨੰਤ ਸੁਖ ਨੇ। ਗੁਰਦੇਵ ਜੀ ਦਾ ਪਾਵਨ ਵਾਕ ਹੈ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੋਖ ਕਨੇਰੇ। ਅਤੇ ਆਪ ਕਹਿੰਦੇ ਨੇ, ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਹੇ ਮਾਲਕ, ਤੂੰ ਮਾਲਕ ਹੈ, ਅਸੀਂ ਤੇਰੇ ਦਾਸ ਹਾਂ। ਇਹ ਜਿੰਦ, ਇਹ ਜਾਨ, ਇਹ ਸੰਸਾਰ ਦੀ ਰਾਸ ਪੂੰਜੀ ਸਭ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਬਚਨ ਵੀ ਕੀਤਾ ਹੈ ਕਿ ਐ ਸਿੱਖਾ, ਜਿਹੜਾ ਕਾਰਜ ਤੂੰ ਕਰਨਾ ਚਾਹੁੰਦਾ ਹੈ, ਉਸ ਕਾਰਜ ਦੀ ਸਫਲਤਾ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ। ਅਕਾਲ ਪੁਰਖ ਪਰਮਾਤਮਾ ਤੇਰੇ ਕਾਰਜ ਰਾਸ ਕਰ ਦੇਵੇਗਾ। ਇਹ ਗੁਰੂ ਦੀ ਸੱਚੀ ਸਿੱਖਿਆ ਹੈ, ਇਹ ਗੁਰੂ ਦੀ ਸੱਚੀ ਗਵਾਹੀ ਹੈ। ਕੀਤਾ ਲੋੜੀਐ ਕੰਮ, ਸੋ ਹਰਿ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਉਹ ਤੇਰੇ ਕਾਰਜ ਰਾਸ ਕਰ ਦੇਵੇਗਾ, ਉਹ ਤੇਰੇ ਕਾਰਜ ਸੰਵਾਰ ਦੇਵੇਗਾ। ਤੇ ਉਸ ਮਾਲਕ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਹੀ ਅਸੀਂ ਦੁਨਿਆਵੀ ਦਾਤਾਂ ਮੰਗਣੀਆਂ ਨੇ। ਨਾਮ ਦੀ ਦਾਤ ਮੰਗਣੀ ਹੈ, ਉਸ ਮਾਲਕ ਦੀ ਕਿਰਪਾ ਮੰਗਣੀ ਹੈ, ਉਸ ਮਾਲਕ ਪਰਮਾਤਮਾ ਦੀ ਰਹਿਮਤ ਦੇ ਪਾਤਰ ਬਣ ਕੇ ਉਸ ਪ੍ਰਭੂ ਦੇ ਅੰਦਰ ਅਪੇਧ ਹੋ ਜਾਣਾ। ਇਸ ਤਰ੍ਹਾਂ ਕਹਿ ਸਕਦੇ ਹਾਂ, ਅਰਦਾਸ ਸਿੱਖ ਦਾ ਜੀਵਨ ਹੈ। ਜੇ ਸਿੱਖ ਦੇ ਜੀਵਨ ਅੰਦਰੋਂ ਅਰਦਾਸ ਨੂੰ ਇੱਕ ਪਾਸੇ ਕਰ ਦਿੱਤਾ ਜਾਏ ਤਾਂ ਸਿੱਖ ਦੇ ਪਾਸ ਬਾਕੀ ਕੁਝ ਵੀ ਨਹੀਂ ਬਚਦਾ। ਇਸ ਲਈ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਿਵੇਂ ਕਰਨੀ ਹੈ, ਜਿਸ ਢੰਗ ਦੇ ਨਾਲ ਸਾਡੀ ਕੀਤੀ ਹੋਈ ਅਰਦਾਸ ਸੰਪੂਰਨ ਹੋ ਸਕੇ ਔਰ ਅਸੀਂ ਉਸ ਮਾਲਕ ਤੋਂ ਮੂੰਹ ਮੰਗੀਆਂ ਮੁਰਾਦਾਂ ਪਾ ਸਕੀਏ ਅਤੇ ਉਸ ਪ੍ਰਭੂ ਦੇ ਨਾਲ ਸਾਡਾ ਨਾਤਾ ਔਰ ਸੰਬੰਧ ਜੁੜ ਸਕੇ, ਅਸੀਂ ਉਸ ਪ੍ਰਭੂ ਅੰਦਰ ਅਪੇਧ ਹੋ ਸਕੀਏ। ਅਰਦਾਸ ਦੇ 4 ਅਕਸ਼ਰ ਨੇ। ਵਿਦਵਾਨ ਪੁਰਸ਼ਾਂ ਨੇ ਇਹਨਾਂ 4 ਅੱਖਰਾਂ ਦੇ 4 ਭਾਵ ਲੈਣ ਦਾ ਯਤਨ ਕੀਤਾ ਹੈ।
ਅਰਦਾਸ ਦਾ ਪਹਿਲਾ ਅੱਖਰ ਐੜਾ, ਜਿਸ ਦਾ ਮਤਲਬ ਹੈ ਅੰਤਰਯਾਮੀ। ਜਦੋਂ ਵੀ ਕੋਈ ਅਰਦਾਸੀਆ ਸਿੱਖ ਗੁਰੂ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੇ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰੇ, ਤਾਂ ਉਸ ਦੇ ਮਨ ਦੇ ਅੰਦਰ ਇਹ ਭਾਵ ਹੋਣਾ ਚਾਹੀਦਾ ਹੈ, ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਮਾਲਕ ਪਰਮਾਤਮਾ ਅੰਤਰਯਾਮੀ ਹੈ। ਉਹ ਮੇਰੇ ਅੰਦਰ ਦੀ ਹਰ ਭਾਵਨਾ ਨੂੰ ਜਾਣਦਾ ਹੈ, ਉਹ ਮੇਰੇ ਅੰਦਰ ਦੇ ਹਰ ਵਲਵਲੇ ਨੂੰ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਹਰ ਹਿਰਦੇ ਦੇ ਅੰਦਰ ਦੀ ਗੱਲ ਨੂੰ ਜਾਣਦਾ ਹੈ। ਗੁਰੂ ਸਾਹਿਬ ਬਚਨ ਵੀ ਕਰਦੇ ਨੇ, ਵੱਡੀ ਵਡਿਆਈ ਜਾਣੈ ਆਲਾਓ, ਵੱਡੀ ਵਡਿਆਈ ਬੁਝੈ ਸਭ ਪਾਓ। ਉਸ ਪਰਮਾਤਮਾ ਦੀ ਇਹ ਵੱਡੀ ਸਿਫਤ ਹੈ ਕਿ ਉਹ ਜੀਵ ਦੀਆਂ ਅਰਦਾਸਾਂ ਨੂੰ ਜਾਣਦਾ ਹੈ, ਅਰਦਾਸਾਂ ਨੂੰ ਸੁਣਦਾ ਹੈ। ਇਹ ਉਸ ਪਰਮਾਤਮਾ ਦੀ ਵੱਡੀ ਸਿਫਤ ਹੈ ਕਿ ਉਹ ਜੀਵ ਦੇ ਅੰਦਰਲੇ ਵਲਵਲਿਆਂ ਨੂੰ ਜਾਣਦਾ ਹੈ। ਇਸ ਤਰ੍ਹਾਂ ਅਰਦਾਸ ਇੱਕ ਅਖਰੀ ਔਰ ਫਰਜ਼ੀ ਅਰਦਾਸ ਨਾ ਹੋਵੇ, ਅਰਦਾਸ ਅੰਦਰ ਦੀ ਇੱਕ ਹੂਕ ਬਣ ਕੇ ਨਿਕਲੇ। ਔਰ ਨਾਲ ਅਸੀਂ ਇਹ ਕਹਿ ਸਕਦੇ ਹਾਂ, ਅਰਦਾਸ ਉਸ ਹਾਲਾਤ ਦੇ ਅੰਦਰ ਹੀ ਸੰਪੂਰਨ ਹੋ ਸਕਦੀ ਹੈ ਜਦੋਂ ਅਰਦਾਸੀਆ, ਕੋਈ ਵੀ ਜੋ ਅਰਦਾਸੀਆ ਹੈ, ਉਹ ਅੰਦਰੋਂ ਔਰ ਬਾਹਰੋਂ ਇੱਕ ਹੋਵੇ, ਉਹ ਕਥਨੀ ਔਰ ਕਰਨੀ ਦਾ ਪੂਰਾ ਹੋਵੇ। ਉਸ ਦੇ ਮਨ ਵਿੱਚ ਜੋ ਹੈ ਉਹੀ ਮੁਖ ਵਿੱਚ ਹੋਵੇ, ਜੋ ਮੁਖ ਵਿੱਚੋਂ ਬੋਲ ਰਿਹਾ ਹੈ ਉਹੀ ਭਾਵ ਮਨ ਦੇ ਅੰਦਰ ਹੋਣ। ਜੇ ਮਨ ਅੰਦਰ ਕੁਝ ਹੋਰ ਹੈ ਔਰ ਮੁਖ ਦੇ ਅੰਦਰ ਕੁਝ ਹੋਰ ਹੈ, ਤਾਂ ਐਸੇ ਕਰਨੀ ਔਰ ਕਥਨੀ ਦੇ ਅਧੂਰੇ ਪ੍ਰਭੂ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਗੁਰੂ ਸਾਹਿਬ ਬਚਨ ਕਰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਨ੍ਹਾਂ ਦੇ ਮਨ ਅੰਦਰ ਕੁਝ ਹੋਰ ਹੈ ਔਰ ਮੁਖ ਅੰਦਰ ਕੁਝ ਹੋਰ ਹੈ, ਉਹਨਾਂ ਦੀ ਗਿਣਤੀ ਕੱਚਿਆਂ ਦੇ ਵਿੱਚ ਹੈ, ਉਹ ਖਰੇ ਨਹੀਂ ਕਹੇ ਜਾ ਸਕਦੇ। ਤੇ ਪ੍ਰਭੂ ਦੇ ਦਰ ਤੇ ਕੇਵਲ ਖਰੇ ਹੀ ਖਜ਼ਾਨੇ ਵਿੱਚ ਪੈਂਦੇ ਨੇ, ਖੋਟਿਆਂ ਨੂੰ ਬਾਹਰ-ਵਾਰ ਸੁੱਟ ਦਿੱਤਾ ਜਾਂਦਾ ਹੈ। ਗੁਰਦੇਵ ਜੀ ਦਾ ਪਾਵਨ ਬਚਨ ਹੈ, ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਆਂ ਹੈ ਬਾਹਰ-ਵਾਰ। ਇਸ ਤਰ੍ਹਾਂ ਐੜੇ ਦਾ ਮਤਲਬ ਉਹ ਅੰਤਰਯਾਮੀ ਹੈ। ਤੇ ਅਰਦਾਸ ਕਰਦਿਆਂ ਸਾਡਾ ਇਹ ਪੂਰਨ ਵਿਸ਼ਵਾਸ ਚਾਹੀਦਾ ਹੈ ਕਿ ਉਹ ਪ੍ਰਭੂ ਪਰਮਾਤਮਾ ਮੇਰੇ ਅੰਦਰ ਦੀ ਗੱਲ ਨੂੰ ਜਾਣ ਰਿਹਾ ਹੈ। ਮੈਂ ਗੱਲਾਂ ਦੇ ਨਾਲ ਸੰਸਾਰ ਨੂੰ ਪਤਿਆ ਸਕਦਾ, ਪਰਮਾਤਮਾ ਨੂੰ ਮੈਂ ਨਹੀਂ ਪਤਿਆ ਸਕਦਾ, ਕਿਉਂਕਿ ਉਹ ਨਿਆਣਾ ਬੱਚਾ ਨਹੀਂ ਹੈ। ਲੋਕ ਪਤੀਣੇ ਕਛੂ ਨਾ ਹੋਏ, ਨਾ ਹੀ ਰਾਮ ਅਯਾਨਾ। ਦੂਜਾ ਨੁਕਤਾ ਹੈ, ਅਰਦਾਸ ਦਾ ਦੂਜਾ ਅੱਖਰ ਹੈ ਰਾਰਾ। ਰਾਰੇ ਦਾ ਮਤਲਬ ਉਹ ਪਰਮਾਤਮਾ ਰਾਖਾ ਹੈ, ਰਕਸ਼ਾ ਕਰਨ ਦੇ ਸਮਰੱਥ ਹੈ। ਔਰ ਸਿੱਖ ਦੇ ਮਨ ਅੰਦਰ ਅਰਦਾਸ ਕਰਦਿਆਂ ਇਹ ਵਿਸ਼ਵਾਸ ਔਰ ਭਰੋਸਾ ਚਾਹੀਦਾ ਹੈ ਕਿ ਉਹ ਪਰਮਾਤਮਾ ਰਾਖਾ ਹੈ ਅਤੇ ਮੇਰੀ ਰਾਖੀ ਜ਼ਰੂਰ ਕਰੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਿਸ਼ਵਾਸ ਦਿਵਾਇਆ, ਸਿੱਖਾ ਕਦੇ ਤੇਰੇ ਤੇ ਐਸਾ ਸਮਾਂ ਆ ਬਣੇ ਜਦੋਂ ਇਸ ਦੁਨੀਆ ਦੇ ਅੰਦਰ ਤੇਰੇ ਰਿਸ਼ਤੇਦਾਰ, ਸੱਜਣ ਮਿੱਤਰ, ਮਾਂ-ਬਾਪ, ਭੈਣ ਭਾਈ ਸਾਰੇ ਹੀ ਤੇਰਾ ਸਾਥ ਛੱਡ ਜਾਣ, ਤੇਰੇ ਤੇ ਮੁਸੀਬਤਾਂ ਦੇ ਝੱਖੜ ਝੁੱਲ ਪੈਣ, ਦੁਨੀਆ ਦੇ ਅੰਦਰ ਦੁਸ਼ਮਣ ਤੇਰੇ ਜਾਨ ਲੇਵਾ ਦੁਸ਼ਮਣ ਬਣ ਜਾਣ, ਤੈਨੂੰ ਕੋਈ ਸਹਾਰਾ ਨਾ ਦੇਵੇ, ਤੈਨੂੰ ਕੋਈ ਓਟ ਨਾ ਦੇਵੇ। ਐਸੇ ਮੁਸੀਬਤ ਭਰੇ ਸਮੇਂ ਦੇ ਅੰਦਰ ਜੇ ਤੂੰ ਪਰਮਾਤਮਾ ਨੂੰ ਯਾਦ ਕਰੇਗਾ ਤਾਂ ਉਹ ਪਰਮਾਤਮਾ ਤੇਰੀ ਰਾਖੀ ਕਰੇਗਾ, ਉਹ ਤੇਰੀ ਰਕਸ਼ਾ ਕਰਨ ਦੇ ਸਮਰੱਥ ਹੈ। ਤੈਨੂੰ ਉਹ ਤੱਤੀ ਹਵਾ ਤੱਕ ਵੀ ਨਾ ਲੱਗਣ ਦੇਵੇਗਾ। ਗੁਰੂ ਸਾਹਿਬ ਬਚਨ ਕਰਦੇ ਨੇ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ, ਸਾਖ ਪੇ ਭਜ ਖਲੇ, ਸਭੋ ਭਜੈ ਆਸਰਾ, ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤੱਤੀ ਵਾਓ। ਗੁਰੂ ਸਾਹਿਬ ਕਹਿੰਦੇ, ਜੇ ਤੂੰ ਤਨ ਕਰਕੇ ਦੁਰਬਲ ਹੋ ਜਾਏ, ਤੈਨੂੰ ਨੰਗ ਔਰ ਭੁੱਖ ਦੀ ਪੀੜ ਪੈ ਜਾਏ, ਤੈਨੂੰ ਕੋਈ ਇੱਕ ਦਮੜਾ ਵੀ ਨਾ ਦੇਵੇ ਔਰ ਤੈਨੂੰ ਕੋਈ ਸੁੱਕੀ ਧੀਰਜ ਵੀ ਨਾ ਦੇਵੇ, ਐਸੇ ਹਾਲਾਤਾਂ ਦੇ ਅੰਦਰ ਵੀ ਜੇ ਤੂੰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ, ਜੇ ਤੂੰ ਪ੍ਰਭੂ ਦੇ ਚਰਨਾਂ ਦੀ ਓਟ ਔਰ ਆਸਰਾ ਲਵੇਂਗਾ, ਤਾਂ ਉਹ ਪਰਮਾਤਮਾ ਤੈਨੂੰ ਨਿਹਚਲ ਬਾਦਸ਼ਾਹੀ ਬਖਸ਼ਿਸ਼ ਕਰ ਦੇਵੇਗਾ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ,
ना को देवै तीर, स्वार्थ स्वाओ ना को करै, ना किछ होवै काज, चित आवै उस पार ब्रह्म, ਤਾਂ ਨਿਹਚਲ ਹੋਵੈ ਰਾਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਹ ਪਰਮਾਤਮਾ ਐਸਾ ਰਾਖਾ ਹੈ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਵ, ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰ ਦੈ ਕਰ ਪਾਪ, ਸੰਭੂ ਨ ਭੇਟਨ ਪਾਵੈ, ਔਰ ਕੀ ਬਾਤ ਕਹਾ ਕਹਿ ਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਨੇ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤੈ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ, ਤਾਰੋ ਤਾਰਨ ਹਾਰੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਔਰ ਸਿੱਖ ਨੂੰ ਵੀ ਕਹਿੰਦੇ ਨੇ ਕਿ ਤੂੰ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ, ਉਹ ਤੇਰੀ ਰਾਖੀ ਕਰੇਗਾ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਫਿਰ ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਈ, ਜਗਤ ਦੇ ਅੰਦਰ ਫਿਰ ਉਸ ਨੂੰ ਕੋਈ ਮਾਰ ਨਹੀਂ ਸਕਦਾ, ਉਸ ਨੂੰ ਵਿਕਾਰ ਆਪਣੇ ਅਧੀਨ ਕਰ ਨਹੀਂ ਸਕਦੇ। ਜਾਮ ਗੁਰੂ ਹੋਏ ਵਲ ਤਨਹਿ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵਲ ਲਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵਲ ਗਿਆਨ ਅਰ ਧਿਆਨ ਅਨੰਦ ਪਰ, ਜਾਮ ਗੁਰੂ ਹੋਏ ਵਲ ਸ਼ਬਦ ਸਾਖੀ ਸੋ ਸੱਚੈ ਕਰ, ਜੋ ਗੁਰੂ ਗੁਰੂ ਅਹਨਿਸ ਜਪੈ, ਦਾਸ ਪਟ ਬੇਨਤ ਕਹੈ, ਜੋ ਗੁਰੂ ਨਾਮ ਰਿਦ ਮਹਿ ਧਰੈ, ਸੋ ਜਨਮ ਮਰਨ ਦੋਹਾਂ ਤੇ ਰਹਿ। ਇਸ ਤਰ੍ਹਾਂ ਗੁਰੂ ਉਹਦੀ ਜਨਮ ਔਰ ਮਰਨ ਤੋਂ ਰਾਖੀ ਕਰਦਾ ਹੈ, ਭਾਵ ਜਨਮ ਮਰਨ ਆਦਿਕ ਦੇ ਗੇੜ ਤੋਂ ਉਸ ਨੂੰ ਬਚਾ ਲੈਂਦਾ ਹੈ। ਤੋ ਅਰਦਾਸ ਦਾ ਦੂਜਾ ਅੱਖਰ ਹੈ ਰਾਰਾ, ਜਿਸ ਦਾ ਮਤਲਬ ਉਹ ਪਰਮਾਤਮਾ ਰਾਖਾ ਹੈ। ਅਰਦਾਸੀ ਦੇ ਮਨ ਅੰਦਰ ਇਹ ਵਿਸ਼ਵਾਸ ਹੋਵੇ ਕਿ ਪਰਮਾਤਮਾ ਰਕਸ਼ਾ ਕਰਦਾ ਹੈ ਔਰ ਮੇਰੀ ਰਾਖੀ ਕਰਨ ਦੇ ਸਮਰੱਥ ਵੀ ਹੈ, ਅਤੇ ਮੇਰੀ ਰਕਸ਼ਾ ਹਰ ਹੀਲੇ ਉਹ ਪਰਮਾਤਮਾ ਕਰੇਗਾ। ਤੇ ਪ੍ਰਭੂ ਦੇ ਅੱਗੇ ਜਦੋਂ ਇਸ ਤਰ੍ਹਾਂ ਇਹ ਅਰਦਾਸ ਕਰੇਗਾ, ਇਹਦੇ ਡਰ ਔਰ ਭੈ ਸਾਰੇ ਮੁੱਕ ਜਾਣਗੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕੇਹਾ ਕਾੜਾ ਜੀਓ। ਅਰਦਾਸ ਦਾ ਤੀਜਾ ਅਕਸ਼ਰ ਹੈ ਦੱਦਾ। ਦੱਦੇ ਦਾ ਮਤਲਬ ਦਾਤਾ। ਅਕਾਲ ਪੁਰਖ ਪਰਮਾਤਮਾ ਦਾਤਾ ਦੇਣ ਵਾਲਾ ਦਾਤਾ ਹੈ, ਔਰ ਦਾਤਾਂ ਸਾਰੀਆਂ ਉਸ ਦਾਤੇ ਦੇ ਹੱਥ ਵਿੱਚ ਨੇ। ਜੋ ਉਸ ਨੂੰ ਭਾ ਜਾਂਦਾ ਹੈ, ਉਸੇ ਨੂੰ ਉਹ ਦਾਤਾਂ ਬਖਸ਼ਿਸ਼ ਕਰਦਾ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਸ ਲਈ ਅਰਦਾਸੀਏ ਦੇ ਮਨ ਅੰਦਰ ਇਹ ਵਿਸ਼ਵਾਸ ਔਰ ਭਰੋਸਾ ਚਾਹੀਦਾ ਹੈ ਕਿ ਦਾਤਾ ਜਗਤ ਦੇ ਅੰਦਰ ਕੇਵਲ ਇੱਕੋ ਹੀ ਹੈ, ਉਹੀ ਸਾਰਿਆਂ ਨੂੰ ਦੇਣ ਵਾਲਾ ਹੈ, ਬਾਕੀ ਸਾਰਾ ਜਗਤ ਹੀ ਭਿਖਾਰੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੂਟ ਨ ਆਵਈ, ਅਗਨ ਭਰੇ ਪੰਡਾਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਐਸਾ ਦਾਤਾ ਹੈ, ਜਿਨ੍ਹਾਂ ਨੇ ਉਸ ਨਾਲ ਜਾਣ ਪਹਿਚਾਨ ਬਣਾਈ, ਉਹ ਉਹਨਾਂ ਨੂੰ ਹੀ ਦਾਤਾਂ ਦਿੰਦਾ ਹੈ। ਜਿਨ੍ਹਾਂ ਨੇ ਜਾਣ ਪਹਿਚਾਨ ਨਹੀਂ ਬਣਾਈ, ਉਹਨਾਂ ਨੂੰ ਹੀ ਉਹ ਦਾਤਾਂ ਦਿੰਦਾ ਹੈ। ਧਰਤੀ, ਆਕਾਸ਼, ਜਲਾਂ ਔਰ ਥਲਾਂ ਦੇ ਅੰਦਰ ਵਸਣ ਵਾਲੇ ਜੀਵਾਂ ਨੂੰ ਉਹ ਦਾਤਾਂ ਦੇ ਕੇ ਨਿਹਾਲ ਨਿਹਾਲ ਕਰ ਰਿਹਾ ਹੈ। ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦੈ ਹੈ, ਕਾਹੇ ਕੋ ਡੋਲਤ ਹੈ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਇਸ ਲਈ ਸਿੱਖ ਦੇ ਮਨ ਦੇ ਅੰਦਰ ਇਹ ਵਿਸ਼ਵਾਸ ਹੋਵੇ ਕਿ ਦਾਤਾ ਕੇਵਲ ਇੱਕ ਹੈ। ਇਸ ਲਈ ਉਹ ਮੜੀਆਂ ਕਬਰਾਂ ਅਤੇ ਮਨੁੱਖ ਦੀ ਟੇਕ ਦਾ ਆਧਾਰ ਆਸਰਾ ਲੈਣਾ ਛੱਡ ਕੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਦਾ ਆਸਰਾ ਲਵੇ। ਗੁਰੂ ਸਾਹਿਬ ਬਚਨ ਕਰਦੇ ਨੇ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਗੁਰਦੇਵ ਜੀ ਬਚਨ ਕਰਦੇ ਨੇ, ਉਹ ਪਰਮਾਤਮਾ ਜੀਵ ਜਨਤਾ ਨੂੰ ਦਾਤਾਂ ਦੇ ਰਿਹਾ ਹੈ। ਪੱਥਰ ਦੇ ਵਿੱਚ ਕੀੜੇ ਨੂੰ ਵੀ ਉਹਦੀ ਰੋਜੀ ਪਹੁੰਚਾ ਰਿਹਾ ਹੈ, ਜਿੱਥੇ ਕਿ ਕੋਈ ਸ਼ੈ ਜਾਣ ਦਾ ਥਾਂ ਔਰ ਰਾਸਤਾ ਮਾਰਗ ਨਹੀਂ ਹੈ।
ਭਗਤ ਧੰਨਾ ਜੀ ਕਹਿੰਦੇ ਪਾਖਣ ਕੀਟ ਗੁਪਤ ਹੋਈ ਰਹਤਾ, ਤਾਚੋ ਮਾਰਗ ਨਾਹੀ ਕਹਿ ਧੰਨਾ, ਪੂਰਨ ਤਾਹੀ ਕੋ ਮਾਤਰੇ ਜੀ ਡਰਾਹੀ। ਗੁਰਦੇਵ ਪਾਤਸ਼ਾਹ ਬਚਨ ਕਰਦੇ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਔਰ ਗੁਰੂ ਸਾਹਿਬ ਜੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਨੇ ਕਿ ਉਹ ਪਰਮਾਤਮਾ ਐਸਾ ਦਾਤਾ ਹੈ ਜਿਸ ਨੇ ਜੀਵ ਦੇ ਪੈਦਾ ਹੋਣ ਤੋਂ ਪਹਿਲਾਂ ਉਹਦਾ ਰਿਜ਼ਕ ਜਗਤ ਦੇ ਅੰਦਰ ਭੇਜਿਆ ਤੇ ਜੀਵ ਨੂੰ ਬਾਅਦ ਦੇ ਵਿੱਚ ਜਗਤ ਵਿੱਚ ਭੇਜਿਆ। ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਤੋ ਇਸ ਤਰ੍ਹਾਂ ਅਰਦਾਸੀ ਦੇ ਮਨ ਦੇ ਅੰਦਰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਦਾਤਾ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਹੈ ਔਰ ਉਹ ਮੈਨੂੰ ਦਾਤਾ ਜ਼ਰੂਰ ਦੇਵੇਗਾ। ਇਸ ਤਰ੍ਹਾਂ ਚੌਥਾ ਅਕਸ਼ਰ ਅਰਦਾਸ ਦਾ ਹੈ ਸੱਸਾ। ਸੱਸੇ ਦਾ ਮਤਲਬ ਸਹਾਰਾ। ਉਹ ਪ੍ਰਭੂ ਪਰਮਾਤਮਾ ਹੀ ਸਾਡੇ ਜੀਵਨ ਦਾ ਸਹਾਰਾ ਹੈ ਔਰ ਉਹ ਸਭ ਜੀਵ ਜਨਤਾ ਦਾ ਸਹਾਇਕ ਹੈ ਔਰ ਸਹਾਰਾ ਦੇਣ ਵਾਲਾ ਹੈ। ਸਿੰਚਨ ਹਾਰੈ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਭਗਤ ਨਾਮਦੇਵ ਜੀ ਕਹਿੰਦੇ ਮੈਂ ਅੰਧੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਤੇ ਜਿਨ੍ਹਾਂ ਨੇ ਉਸ ਮਾਲਕ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਗੁਰਦੇਵ ਕਹਿੰਦੇ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਭੁੱਖਾਂ ਗਵਾਚ ਜਾਂਦੀਆਂ ਨੇ। ਪ੍ਰਭੂ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਨੂੰ ਸੁਖੀ ਔਰ ਸ਼ਾਂਤ ਕਰਕੇ ਉਹਨਾਂ ਦੇ ਮਨ ਦੇ ਅੰਦਰ ਆਵਸਤ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਸ ਲਈ ਗੁਰਦੇਵ ਕਹਿੰਦੇ ਐ ਮੇਰੇ ਮਨ, ਤੂੰ ਪਰਮਾਤਮਾ ਦਾ ਸਹਾਰਾ ਲੈ, ਤੂੰ ਪਰਮਾਤਮਾ ਦੀ ਸ਼ਰਨ ਵਿੱਚ ਜਾ ਔਰ ਪ੍ਰਭੂ ਦੇ ਨਾਲ ਰਹੋ। ਜਦੋਂ ਤੂੰ ਪ੍ਰਭੂ ਦੇ ਨਾਲ ਰਹੇਗਾ ਉਹ ਪਰਮਾਤਮਾ ਤੇਰਾ ਅੰਗੀਕਾਰ ਕਰੇਗਾ, ਉਹ ਪਰਮਾਤਮਾ ਤੈਨੂੰ ਸਹਾਰਾ ਦੇਵੇਗਾ ਔਰ ਤੇਰੇ ਜੀਵਨ ਦੇ ਸਾਰੇ ਕਾਰਜ ਸੰਵਾਰ ਦੇਵੇਗਾ, ਤੇਰੇ ਦੁੱਖਾਂ ਨੂੰ ਖਤਮ ਕਰ ਦੇਵੇਗਾ, ਤੇਰੇ ਦੁੱਖਾਂ ਨੂੰ ਮਿਟਾ ਦੇਵੇਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਤੈਨੂੰ ਸਹਾਰਾ ਦੇ ਕੇ ਸਾਰੇ ਜੀਵਨ ਦੇ ਕਾਰਜ ਤੇਰੇ ਰਾਸ ਕਰ ਦੇਵੇਗਾ। ਇਸ ਤਰ੍ਹਾਂ ਅਰਦਾਸੀ ਦੇ ਮਨ ਅੰਦਰ ਇਹ ਵਿਸ਼ਵਾਸ ਹੋਵੇ ਕਿ ਉਹ ਪਰਮਾਤਮਾ ਮੈਨੂੰ ਸਹਾਰਾ ਦੇਵੇਗਾ। ਤੋ ਅਸੀਂ ਕਹਿ ਸਕਦੇ ਹਾਂ ਜੋ ਅੰਤਰਜਾਮੀ ਹੈ, ਜੋ ਰਾਖਾ ਹੈ, ਜੋ ਦਾਤਾ ਹੈ ਔਰ ਸਭ ਜੀਵਾਂ ਨੂੰ ਸਹਾਰਾ ਦੇਣ ਵਾਲਾ ਹੈ, ਉਹਦਾ ਸਹਾਰਾ ਲੈਣ ਦੀ ਪ੍ਰਕਿਰਿਆ ਦਾ ਨਾਮ ਅਰਦਾਸ ਹੈ। ਲੇਕਿਨ ਅਰਦਾਸ ਕਰਦਿਆਂ ਅਸੀਂ ਉਸ ਦਰ ਤੋਂ ਮੰਗਣਾ ਹੈ ਤਾਂ ਮੰਗਣਾ ਕਿਵੇਂ ਹੈ? ਮੰਗਣ ਦੀਆਂ ਦੋ ਢੰਗ ਨੇ। ਇੱਕ ਹੈ ਬੱਚੇ ਦੀ ਤਰ੍ਹਾਂ ਮੰਗਣਾ ਔਰ ਇੱਕ ਹੈ ਭਿਖਾਰੀ ਦੀ ਤਰ੍ਹਾਂ ਮੰਗਣਾ, ਇੱਕ ਹੈ ਵਿਆਪਾਰੀ ਦੀ ਤਰ੍ਹਾਂ ਮੰਗਣਾ। ਜੋ ਵਪਾਰੀ ਦੀ ਤਰ੍ਹਾਂ ਮੰਗਦੇ ਨੇ ਉਹਨਾਂ ਨੂੰ ਕੁਝ ਮਿਲਦਾ ਨਹੀਂ। ਗੁਰਦੇਵ ਪਾਤਸ਼ਾਹ ਕਹਿੰਦੇ ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਲੇਖਾ ਜੋਖਾ ਕੀਤਿਆਂ ਕਦੇ ਵੀ ਮਨੁੱਖ ਛੁੱਟ ਨਹੀਂ ਸਕਦਾ ਕਿਉਂਕਿ ਇਹ ਹਰ ਪਲ ਭੁੱਲਾਂ ਕਰ ਰਿਹਾ ਹੈ। ਅਸੀਂ ਗੁਰੂ ਦੇ ਚਰਨਾਂ ਤੇ ਆ ਕੇ ਅਰਦਾਸ ਕਰਦੇ ਹਾਂ, ਬਾਬਾ ਮੇਰੀ 1.5 ਕਰੋੜ ਦੀ ਲਾਟਰੀ ਨਿਕਲ ਆਵੇ, ਫਿਰ ਮੈਂ 1.25 ਰੁਪਏ ਦੇ ਪਤਾਸੇ ਚੜਾਵਾਂਗਾ। ਇਹ ਸਭ ਵਿਆਪਾਰ ਹੈ ਤੇ ਵਿਆਪਾਰੀਆਂ ਨੂੰ ਕੁਝ ਵੀ ਮਿਲਦਾ ਨਹੀਂ ਹੈ। ਦੂਜੇ ਮੰਗਣ ਵਾਲੇ ਉਹ ਨੇ ਜੋ ਭਿਖਾਰੀ ਦੀ ਤਰ੍ਹਾਂ ਮੰਗਦੇ ਨੇ, ਤੀਜੇ ਮੰਗਣ ਵਾਲੇ ਉਹ ਨੇ ਜੋ ਬੱਚੇ ਦੀ ਤਰ੍ਹਾਂ ਮੰਗਦੇ ਨੇ। ਇੱਕ ਬੱਚਾ ਆਪਣੇ ਪਿਤਾ ਤੋਂ ਮੰਗ ਰਿਹਾ ਹੈ, ਪਿਤਾ ਜੀ 1 ਰੁਪਈਆ ਚਾਹੀਦਾ ਹੈ। ਉਸੇ ਵਕਤ ਇੱਕ ਭਿਖਾਰੀ ਵੀ ਆਇਆ ਹੈ, ਉਹ ਵੀ ਮੰਗ ਰਿਹਾ ਹੈ, ਸਰਦਾਰ ਜੀ 1 ਰੁਪਏ ਦਾ ਸਵਾਲ ਹੈ। ਬੱਚਾ ਵੀ ਰੁਪਈਆ ਮੰਗ ਰਿਹਾ ਹੈ, ਭਿਖਾਰੀ ਵੀ ਰੁਪਈਆ ਮੰਗ ਰਿਹਾ ਹੈ। ਜ਼ਰੂਰਤ ਜ਼ਿਆਦੀ ਭਿਖਾਰੀ ਨੂੰ ਹੈ, ਤਰਲੇ ਵੀ ਜ਼ਿਆਦੇ ਭਿਖਾਰੀ ਕਰਦਾ ਹੈ, ਲੇਕਿਨ ਭਿਖਾਰੀ ਨੂੰ ਵਿਸ਼ਵਾਸ ਨਹੀਂ ਹੈ ਕਿ ਰੁਪਈਆ ਮਿਲੇਗਾ ਜਾਂ ਨਹੀਂ ਮਿਲੇਗਾ। ਬੱਚੇ ਦੀ ਮੰਗ ਦੇ ਅੰਦਰ ਵਿਸ਼ਵਾਸ ਹੈ ਕਿ ਮੇਰਾ ਪਿਤਾ ਮੈਨੂੰ ਰੁਪਈਆ ਦੇਵੇਗਾ, ਹੁਣ ਨਹੀਂ ਤਾਂ ਪਲ 2 ਪਲ ਠਹਿਰ ਕੇ ਦੇਵੇਗਾ। ਇਸ ਤਰ੍ਹਾਂ ਬੱਚੇ ਦੇ ਮਨ ਵਿੱਚ ਵਿਸ਼ਵਾਸ ਹੈ।
ਤੋ ਅਸੀਂ ਗੁਰੂ ਔਰ ਪਰਮਾਤਮਾ ਪਾਸੋਂ ਉਹਦੇ ਬੱਚੇ ਬਣ ਕੇ ਮੰਗਣਾ ਹੈ, ਬੱਚੇ ਵਾਲਾ ਵਿਸ਼ਵਾਸ ਲੈ ਕੇ ਮੰਗਣਾ ਹੈ। ਤੇ ਜਿਸ ਦਿਨ ਆਪਣੇ ਆਪ ਨੂੰ ਗੁਰੂ ਦੇ ਬੱਚੇ ਬਣਾ ਲਵਾਂਗੇ, ਗੁਰੂ ਨੂੰ ਆਪਣਾ ਮਾਂ-ਬਾਪ ਸਵੀਕਾਰ ਕਰ ਲਵਾਂਗੇ, ਉਸ ਦਿਨ ਗੁਰੂ ਸਾਨੂੰ ਮੂੰਹ ਮੰਗੀਆਂ ਦਾਤਾਂ ਦੇਵੇਗਾ। ਗੁਰਦੇਵ ਜੀ ਦਾ ਪਾਵਨ ਵਾਕ ਹੈ, ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਿਕ ਮੁਖ ਮੰਗੈ ਸੋ ਦੇਨਾ। ਜਿਸ ਦਿਨ ਸਾਡੇ ਅੰਦਰ ਵਿਸ਼ਵਾਸ ਜਾਗ ਜਾਏਗਾ, ਉਸ ਦਿਨ ਜੋ ਵੀ ਮੰਗਾਂਗੇ ਉਹੀ ਦਾਤਾਂ ਸਾਨੂੰ ਮਿਲ ਜਾਣਗੀਆਂ। ਗੁਰਦੇਵ ਪਾਤਸ਼ਾਹ ਜੀ ਦਾ ਪਾਵਨ ਵਾਕ ਵੀ ਹੈ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ। ਪਾਵਨ ਦਰਬਾਰ ਦੇ ਅੰਦਰ ਇੱਕ ਅਭਿਆਗਤ ਹੱਥ ਜੋੜ ਕੇ ਖੜਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਅਭਿਆਗਤ ਜੀ ਕਿਵੇਂ ਆਏ ਹੋ, ਕੁਛ ਮੰਗ ਹੈ ਦੱਸੋ। ਇਹ ਗੁਰੂ ਨਾਨਕ ਦੇਵ ਦਾ ਦਰ ਹੈ, ਇੱਥੇ ਕੋਈ ਵੀ ਸਵਾਲੀ ਕਦੇ ਖਾਲੀ ਮੁੜ ਕੇ ਨਹੀਂ ਗਿਆ, ਮੂੰਹ ਮੰਗੀਆਂ ਦਾਤਾਂ ਪਾ ਕੇ ਜਾਂਦਾ ਹੈ। ਆਪ ਦੀ ਵੀ ਕੋਈ ਮੰਗ ਹੈ ਤਾਂ ਦੱਸੋ। ਕਹਿੰਦੇ ਨੇ, ਇਸ ਬ੍ਰਾਹਮਣ ਨੇ ਆਖਿਆ, ਐ ਗੁਰੂ ਅਮਰਦਾਸ ਜੀ ਮਹਾਰਾਜ, ਮੈਂ ਆਪ ਦੇ ਦਰ ਨੂੰ ਵੇਖ ਰਿਹਾ ਹਾਂ, ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਨੇ, ਸੋਚਦਾ ਹਾਂ ਕੀ ਮੰਗਾਂ ਔਰ ਕੀ ਨਾ ਮੰਗਾਂ। ਇੱਕ ਵਸਤੂ ਮੰਗਦਾ ਹਾਂ, ਦੂਜੀ ਰਹਿ ਜਾਂਦੀ ਹੈ, ਦੂਜੀ ਮੰਗਦਾ ਹਾਂ, ਤੀਜੀ ਰਹਿ ਜਾਂਦੀ ਏ। ਤੇ ਇਹ ਮੇਰੇ ਗੁਰਦੇਵ ਜੀ, ਮੈਂ ਸੋਚ ਰਿਹਾ ਹਾਂ, ਜੇ ਆਪ ਦੇ ਦਰ ਤੋਂ ਨਾਮ ਦੀ ਦਾਤ ਮੰਗਾਂ, ਧਨ ਨਾ ਮੰਗਾਂ, ਧਨ ਤੋਂ ਬਿਨਾ ਇਸ ਜਗਤ ਦੇ ਅੰਦਰ ਸ਼ੋਭਾ ਨਹੀਂ ਹੁੰਦੀ। ਤੇ हे ਪ੍ਰਭੂ, ਮੈਂ ਸੋਚ ਰਿਹਾ, ਜੇ ਧਨ ਮੰਗਾਂ, ਨਾਮ ਦੀ ਦਾਤ ਨਾ ਮੰਗਾਂ, ਮੈਨੂੰ ਨਾਮ ਨਾ ਮਿਲਿਆ ਤਾਂ ਨਾਮ ਤੋਂ ਬਿਨਾ ਮਨੁੱਖ ਜਮਾਂ ਦੀ ਪੁਰੀ ਦੇ ਅੰਦਰ ਚਲਾ ਜਾਂਦਾ ਹੈ, ਭਾਵ ਜਨਮ ਮਰਨ ਵਿੱਚ ਪੈ ਜਾਂਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ, ਮੈਂ ਤਾਂ ਇਹ ਦੋਵੇਂ ਹੀ ਦਾਤਾਂ ਮੰਗਣੀਆਂ ਚਾਹੁੰਦਾ, ਮੈਨੂੰ ਨਾਮ ਦੀ ਦਾਤ ਵੀ ਦਿਓ ਔਰ ਮੈਨੂੰ ਸੰਸਾਰਿਕ ਧਨ ਵੀ ਬਖਸ਼ੋ, ਮੈਨੂੰ ਲੋਕ ਸੁਖੀਆ ਪਰਲੋਕ ਸੁਹੇਲਾ ਕਰ ਦੇਵੋ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਦੇ ਅੰਦਰ ਇਸ ਵਾਰਤਾ ਨੂੰ ਅੰਕਿਤ ਕੀਤਾ ਹੈ। ਬ੍ਰਾਹਮਣ ਦੀ ਮੰਗ ਇਸ ਤਰ੍ਹਾਂ ਦਰਸਾਈ ਹੈ, ਜੋ ਨਾਮ ਦੇਹੇ ਅਰ ਧਨ ਨਾ ਦੇਵੈ, ਧਨੈ ਬਿਨਾ ਜਨ ਜਗ ਨਾ ਸੁਹਾਏ। ਜੋ ਧਨ ਦੇਹੇ ਅਰ ਨਾਮ ਨਾ ਦੇਵੈ, ਨਾਮ ਬਿਨਾ ਜਨ ਜੰਪੁਰ ਜਾਏ। ਤਾਂ ਇਸ ਬ੍ਰਾਹਮਣ ਨੇ ਮੰਗ ਕੀਤੀ, ਗੁਰੂ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਐ ਗੁਰੂ ਅਮਰਦਾਸ ਜੀ ਮਹਾਰਾਜ, ਮੇਰੇ ਤੇ ਰਹਿਮਤ ਕਰੋ, ਮੈਨੂੰ ਇਹ ਦੋਵੇਂ ਹੀ ਦਾਤਾਂ ਬਖਸ਼ੋ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਇਸ ਨੂੰ ਨਾਮ ਧਨ ਵੀ ਔਰ ਦੁਨਿਆਵੀ ਧਨ ਵੀ ਦੇ ਕੇ ਨਿਹਾਲ ਕੀਤਾ। ਲੋਕ ਸੁਖੀਆ ਔਰ ਪਰਲੋਕ ਸੁਹੇਲਾ ਇਹ ਬਣ ਗਿਆ। ਜ਼ਰੂਰਤ ਹੈ ਗੁਰੂ ਦੇ ਉੱਤੇ, ਪ੍ਰਭੂ ਪਰਮਾਤਮਾ ਦੇ ਉੱਤੇ ਵਿਸ਼ਵਾਸ ਲਿਆਉਣ ਦੀ। ਗੁਰੂ ਦਾ ਦਰ, ਰੱਬ ਦਾ ਘਰ ਸਾਗਰ ਔਰ ਸਮੁੰਦਰ ਦੀ ਤਰ੍ਹਾਂ ਹੈ। ਸਮੁੰਦਰ ਤੇ ਕੋਈ ਕੁੱਜੀ ਲੈ ਕੇ ਜਾਏ, ਪਾਣੀ ਦੀ ਭਰ ਕੇ ਲੈ ਆਵੇ, ਸਮੁੰਦਰ ਨੇ ਕਦੇ ਇਤਰਾਜ਼ ਨਹੀਂ ਕੀਤਾ ਕਿ ਇੰਨੇ ਕੁ ਨਿੱਕੇ ਬਰਤਨ ਵਿੱਚ ਮੈਂ ਪਾਣੀ ਨਹੀਂ ਦੇਵਾਂਗਾ। ਸਮੁੰਦਰ ਤੇ ਕੋਈ ਡਰਮ ਲੈ ਕੇ ਚਲਾ ਜਾਏ, ਭਰ ਕੇ ਲੈ ਆਵੇ, ਸਮੁੰਦਰ ਨੇ ਕਦੇ ਇਤਰਾਜ਼ ਨਹੀਂ ਕੀਤਾ ਕਿ ਮੈਂ ਡਰਮ ਨਹੀਂ ਦੇਵਾਂਗਾ, ਮੇਰਾ ਪਾਣੀ ਘਟੇਗਾ। ਜਿਤਨਾ ਤੁਹਾਡੇ ਪਾਸ ਬਰਤਨ ਹੈ, ਓਨਾ ਹੀ ਸਮੁੰਦਰ ਤੋਂ ਭਰ ਕੇ ਲਿਆ ਸਕਦੇ ਹੋ। ਇਸੇ ਤਰ੍ਹਾਂ ਗੁਰੂ ਦਾ ਦਰ ਵੀ ਸਾਗਰ ਹੈ, ਗੁਰੂ ਦਾ ਦਰ ਵੀ ਸਮੁੰਦਰ ਹੈ। ਇੱਥੇ ਜਿੰਨਾ ਕੁ ਤੁਹਾਡੀ ਸ਼ਰਧਾ, ਵਿਸ਼ਵਾਸ ਔਰ ਪ੍ਰੇਮ ਦਾ ਬਰਤਨ ਹੈ, ਉਹਨਾਂ ਕੁ ਫਲ ਗੁਰੂ ਦੇ ਦਰ ਤੋਂ ਮਿਲ ਜਾਏਗਾ। ਇਸ ਲਈ ਜ਼ਰੂਰਤ ਹੈ ਵਿਸ਼ਵਾਸ ਔਰ ਭਰੋਸੇ ਦੀ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਮੈਨੂੰ ਗੱਲ ਚੇਤੇ ਆਈ, ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਭੱਟ ਆਏ ਤੇ ਭੱਟਾਂ ਨੇ ਆ ਕੇ ਹੱਥ ਜੋੜ ਕੇ ਖੜੇ ਹੋਣਾ ਕੀਤਾ, ਮਸਤਕ ਝੁਕਾ ਕੇ। ਗੁਰੂ ਸਾਹਿਬ ਨੇ ਪੁੱਛਿਆ ਗੁਰੂ ਅਰਜਨ ਦੇਵ ਜੀ ਨੇ, ਭਲਿਓ ਕਿਵੇਂ ਖੜੇ ਹੋ, ਕਿਸ ਕਾਰਜ ਵਾਸਤੇ ਆਏ ਹੋ? ਇਹਨਾਂ ਨੇ ਦੱਸਿਆ, ਪਾਤਸ਼ਾਹ 1 ਸਾਲ ਹੋ ਗਿਆ ਫਿਰਦਿਆਂ,
ਕੋਈ ਪੂਰਨ ਬ੍ਰਹਮ ਗਿਆਨੀ ਸੰਤ ਟੋਲ ਰਹੇ ਹਾਂ। ਪੂਰਨ ਗੁਰੂ ਕੋਈ ਮਿਲਿਆ ਨਹੀਂ। ਕਹਿਣ ਵਾਲੇ ਬਹੁਤ ਮਿਲੇ ਨੇ, ਪਰ ਰਹਿਤ ਦੇ ਅੰਦਰ ਕੋਈ ਪੂਰਾ ਨਹੀਂ ਮਿਲਿਆ। ਰਹੋ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ। ਸੰਨਿਆਸੀ ਤਪੱਸੀਐ, ਮੁਖੋਂ ਇਹ ਪੰਡਿਤ ਮਿੱਠੇ। ਬਰਸ ਏਕ ਹੋਂ ਫਿਰਿਓ, ਕਿਨੈ ਨਹੁ ਪਰਚੋ ਲਾਇਓ। ਕਹਿਤੀਐ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨ ਆਇਓ। ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋਂ ਕਿਆ ਕਹੂੰ। ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੂੰ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਭਲਿਓ ਹੁਣ ਕਿਵੇਂ ਖੜੇ ਹੋ, ਗੁਰੂ ਦਰ ਤੇ ਕਿਵੇਂ ਆਏ ਹੋ। ਇਹ ਕਹਿਣ ਲੱਗੇ, ਪਾਤਸ਼ਾਹ ਅਰਦਾਸ ਕਰਨ ਵਾਸਤੇ ਆਏ ਸਾਂ। ਗੁਰੂ ਸਾਹਿਬ ਕਹਿੰਦੇ, ਭਲਿਓ ਫਿਰ ਅਰਦਾਸ ਕਰਦੇ ਨਹੀਂ। ਤਾਂ ਇਹ ਭੱਟਾਂ ਨੇ ਆਪਣੀ ਬਾਣੀ ਦੇ ਅੰਦਰ ਬਚਨ ਕੀਤਾ, ਚਿਤ ਚਿਤਵੋਂ ਅਰਦਾਸ ਕਹੋਂ, ਪਰ ਕਹਿ ਪੇ ਨਾ ਸਕੂੰ। ਸਰਬ ਚਿੰਤ ਤੁਝ ਪਾਸ, ਸਾਧ ਸੰਗਤ ਹੋਂ ਤੱਕੂੰ। ਮਾਲਕ ਜੀ ਅਰਦਾਸ ਕਰਨੀ ਚਾਹੁੰਦੇ ਸਾਂ, ਪਰ ਸਾਧ ਸੰਗਤ ਦੀ ਸ਼ਰਨ ਤੱਕ ਰਹੇ ਹਾਂ ਔਰ ਵੇਖ ਰਹੇ ਹਾਂ ਕਿ ਸਭ ਦੀ ਚਿੰਤਾ ਆਪ ਕਰ ਰਹੇ ਹੋ। ਸਭ ਨੂੰ ਆਪ ਮੂੰਹ ਮੰਗੀਆਂ ਦਾਤਾਂ ਦੇ ਰਹੇ ਹੋ। ਸਭ ਦੇ ਦਿਲ ਦੀ ਜਾਣਨ ਵਾਲੇ ਹੋ। ਜਦੋਂ ਸਭ ਦੀ ਚਿੰਤਾ ਕਰ ਰਹੇ ਹੋ ਤਾਂ ਸਾਡੀ ਵੀ ਚਿੰਤਾ ਆਪ ਕਰੋਗੇ। ਪਾਤਸ਼ਾਹ ਹੁਣ ਤਾਂ ਇੱਕੋ ਹੀ ਅਰਦਾਸ ਹੈ, ਅਸੀਂ ਚਾਹੁੰਦੇ ਹਾਂ ਤੇਰੇ ਹੁਕਮ ਪਵੈ ਨੀਸਾਨ। ਤਉ ਕਰੋ ਸਾਹਿਬ ਕੀ ਸੇਵਾ, ਜਬ ਗੁਰ ਦੇਖੈ ਸ਼ੁਭ ਦਿਸ਼ਟ। ਨਾਮ ਕਰਤਾ ਮੁਖ ਮੇਵਾ। ਮਾਲਕ ਆਪ ਦਾ ਹੁਕਮ ਹੋਵੇ, ਆਪ ਦੇ ਹੁਕਮ ਦਾ ਨਿਸ਼ਾਨ ਮਸਤਕ ਤੇ ਲੱਗ ਜਾਏ, ਆਪ ਦੀ ਰਹਿਮਤ ਹੋ ਜਾਏ, ਆਪ ਦੇ ਦਰ ਤੋਂ ਨਾਮ ਦੀ ਦਾਤ ਮਿਲ ਜਾਏ। ਜਦੋਂ ਆਪ ਨਾਮ ਦੀ ਦਾਤ ਦੇਵੋਗੇ ਤਾਂ ਉਦੋਂ ਇਹ ਮੂੰਹ ਇੰਜ ਹੋਵੇਗਾ ਜਿਵੇਂ ਮੇਵਿਆਂ ਦੇ ਨਾਲ ਭਰ ਗਿਆ ਹੋਵੇ। ਤੋ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਇਸ ਦ੍ਰਿੜਤਾ, ਵਿਸ਼ਵਾਸ, ਸ਼ਰਧਾ ਔਰ ਪ੍ਰੇਮ ਦੇ ਨਾਲ ਅਰਦਾਸ ਕਰਨੀ ਹੈ। ਜਿਸ ਦਿਨ ਇਸ ਵਿਸ਼ਵਾਸ ਦੇ ਨਾਲ ਅਰਦਾਸ ਕਰਾਂਗੇ, ਉਸ ਦਿਨ ਕਦੇ ਵੀ ਕੀਤੀ ਹੋਈ ਅਰਦਾਸ ਬਿਰਥੀ ਨਹੀਂ ਜਾਏਗੀ। ਉਸ ਦਿਨ ਅਸੀਂ ਇਹ ਕਹਿ ਸਕਾਂਗੇ, ਬਿਰਥਾ ਕਦੇ ਨਾ ਹੋਵਈ ਜਨ ਕੀ ਅਰਦਾਸ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਹੁਣ ਆਪ ਜੀ ਦੇ ਨਾਲ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਮੋਹਰ ਸਿੰਘ ਜੀ ਅਨਜਾਨ ਚੰਡੀਗੜ੍ਹ ਵਾਲੇ ਵਿਚਾਰ ਕਰਨਗੇ। ਇਹਨਾਂ ਦਾ ਵਿਸ਼ੇ ਹੈ, ਮੌਤ ਕੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੋਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰੋਂ ਕਰੋਂ ਵਰੋ ਸਾਈ ਸਾਧ ਸੰਗਤ। ਪਿਆਰ ਦਾ ਸਬੂਤ ਦਿਓ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਤੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ, ਵਿਸ਼ਾ ਹੈ ਮੌਤ ਕੀ ਹੈ ਅਤੇ ਇਸ ਤੋਂ ਕਿਵੇਂ ਬਚੀਏ। ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਸਰੀਰ ਔਰ ਆਤਮਾ ਦੇ ਸਵਾਲ ਤੇ ਜਵਾਬ ਕਰਾਏ ਹਨ। ਸਰੀਰ ਆਤਮਾ ਨੂੰ ਕਹਿੰਦਾ ਹੈ ਕਿ ਇਹ ਆਤਮਾ ਤੂੰ ਸਦਾ ਮੇਰੇ ਨਾਲ ਵਸ, ਕਿਉਂਕਿ ਤੇਰੇ ਨਾਲ ਵਸਣ ਕਰਕੇ ਮੈਨੂੰ ਸੁਖ ਆਰਾਮ ਹੈ। ਜਗਤ ਦੇ ਅੰਦਰ ਮੈਨੂੰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਮੈਨੂੰ ਇਹ ਵਚਨ ਦੇ, ਮੇਰੇ ਨਾਲ ਇਹ ਵਾਅਦਾ ਕਰ ਕਿ ਤੂੰ ਸदैव ਮੇਰਾ ਸਾਥ ਨਿਭਾਏਂਗਾ। ਗੁਰਦੇਵ ਜੀ ਪਾਵਨ ਬਾਣੀ ਵਿੱਚ ਵਚਨ ਕਰਦੇ ਨੇ, ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋਂ ਕਿਤਹੀ ਨਾ ਲੇਖੈ, ਵਚਨ ਦੇਹ ਛੋੜ ਨਾ ਜਾਸਾਂ ਹੈ। ਆਤਮਾ ਨੇ ਉੱਤਰ ਦਿੱਤਾ ਹੈ ਕਿ ਇਹ ਸਰੀਰ ਮੈਂ ਆਪਣੇ ਜ਼ੋਰ ਕਰਕੇ ਨਾ ਤੇਰੇ ਨਾਲ ਰਹਿ ਸਕਦਾ ਹਾਂ ਔਰ ਨਾ ਹੀ ਤੇਰੇ ਨਾਲੋਂ ਸਾਥ ਛੱਡ ਸਕਦਾ ਹਾਂ। ਜਦ ਤੱਕ ਪ੍ਰਭੂ ਦਾ ਹੁਕਮ ਹੋਵੇਗਾ ਮੈਂ ਤੇਰੇ ਨਾਲ ਵਸਾਂਗਾ। ਜਦੋਂ ਉਸ ਮਾਲਕ ਦਾ ਹੁਕਮ ਹੋਵੇਗਾ
ਮੈਂ ਤੈਨੂੰ ਛੱਡ ਕੇ ਚਲਾ ਜਾਵਾਂਗਾ। ਫਿਰ ਕਹਿਆ, ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ, ਜਿਸ ਕਾਣ ਨਾ ਛੰਦਾ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਟ ਸਿਧਾਸਾ ਹੈ। ਪਰ ਜਦੋਂ ਆਤਮਾ ਨੇ ਇਹ ਸੱਚੇ ਬਚਨ ਕਹੇ, ਸਰੀਰ ਨੇ ਇਹਨਾਂ ਨੂੰ ਹਾਸਾ ਔਰ ਮਜ਼ਾਕ ਕਰਕੇ ਜਾਣਿਆ ਅਤੇ ਸਦਾ ਸਦਾ ਆਤਮਾ ਦਾ ਸਾਥ ਮੰਗਿਆ। ਗੁਰਦੇਵ ਦਾ ਬਚਨ ਹੈ, ਜੋ ਫਿਰ ਬਚਨ ਕਹੈ ਧਨ ਸਾਚੇ, ਫਿਰ ਕਛੂ ਨ ਸਮਝੇ ਚੰਚਲ ਕਾਚੇ। ਬਹੁਰ ਬਹੁਰ ਫਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਪਰ ਇੱਕ ਦਿਨ ਪ੍ਰਭੂ ਦੀ ਆਗਿਆ ਆ ਗਈ। ਨਾ ਸਰੀਰ ਤੋਂ ਪੁੱਛਿਆ ਗਿਆ ਕਿ ਤੇਰੀ ਜਾਨ ਕੱਢੀਏ ਜਾਂ ਨਾ ਕੱਢੀਏ, ਔਰ ਨਾ ਹੀ ਆਤਮਾ ਤੋਂ ਸਲਾਹ ਲਈ ਗਈ ਕਿ ਤੈਨੂੰ ਇਸ ਸੰਸਾਰ ਤੋਂ ਲੈ ਕੇ ਜਾਈਏ ਜਾਂ ਨਾ ਲੈ ਕੇ ਜਾਈਏ। ਆਤਮਾ ਨੂੰ ਪਕੜ ਲਿਆ ਗਿਆ ਔਰ ਸਰੀਰ ਮ੍ਰਿਤਕ ਮਿੱਟੀ ਬਣ ਕੇ ਇਸ ਸੰਸਾਰ ਤੇ ਹੀ ਪਿਆ ਰਿਹਾ। ਗੁਰੂ ਵਾਕ ਹੈ, ਆਈ ਆਗਿਆ ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਊਟ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਸਰੀਰ ਤੋਂ ਪੁੱਛੋ ਕਿ ਆਤਮਾ ਦੇ ਨਾਲ ਤੇਰਾ ਪਿਆਰ ਕੈਸਾ ਹੈ। ਫਿਰ ਬਚਨ ਕੀਤਾ, ਇਹ ਤਾਂ ਮ੍ਰਿਤਕ ਮਿੱਟੀ ਹੈ। ਮ੍ਰਿਤਕ ਸਰੀਰ ਜਵਾਬ ਨਹੀਂ ਦੇ ਪਾਏਗਾ, ਇਸ ਲਈ ਆਤਮਾ ਤੋਂ ਪੁੱਛੋ ਕਿ ਇਹਨਾਂ ਦੀ ਪ੍ਰੀਤ ਕੈਸੀ ਹੈ। ਗੁਰੂ ਸਾਹਿਬ ਬਚਨ ਕਰਦੇ, ਇਹ ਪ੍ਰੀਤ ਝੂਠੀ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ। ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਐ, ਜੇ ਚਲਦਿਆਂ ਨਾਲ ਨਾ ਜਾਏ। ਕਾਇਆ ਮਿੱਟੀ ਅੰਧ ਹੈ, ਕਾਇਆ ਮਿੱਟੀ ਅੰਧ ਹੈ, ਪੌਣੈ ਪੁੱਛੋ ਜਾਏ। ਤਾਂ ਜਦੋਂ ਆਤਮਾ ਤੋਂ ਪੁੱਛਿਆ ਗਿਆ ਤਾਂ ਉੱਤਰ ਦਿੱਤਾ, ਹਉ ਤਾਂ ਮਾਇਆ ਮੋਹਿਆ, ਫਿਰ ਆਵਾਂ ਜਾਏ। ਮੇਰਾ ਸਰੀਰ ਦੇ ਨਾਲ ਕੋਈ ਸੰਬੰਧ ਨਹੀਂ ਹੈ, ਪ੍ਰੀਤ ਨਹੀਂ ਹੈ। ਮੈਂ ਤਾਂ ਮਾਇਆ ਦੇ ਮੋਹ ਕਰਕੇ ਇਸ ਜਗਤ ਦੇ ਵਿੱਚ ਆਉਂਦਾ ਹਾਂ ਔਰ ਜਾਂਦਾ ਹਾਂ। ਐਸੇ ਸਰੀਰ ਮੈਨੂੰ ਕਈ ਵਾਰ ਮਿਲ ਚੁੱਕੇ ਹਨ। ਜੋ ਘਰ ਇਸ ਵਾਰ ਮੈਂ ਵਸਾਇਆ ਹੈ, ਐਸੇ ਘਰ ਮੈਂ ਪਹਿਲਾਂ ਵੀ ਕਈ ਵਾਰ ਵਸਾ ਚੁੱਕਿਆ। ਗੁਰਦੇਵ ਦੀ ਪਾਵਨ ਬਾਣੀ ਦਾ ਵਾਕ ਹੈ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਔਰ ਬਚਨ ਕੀਤਾ ਕਿ ਇਸ ਤੋਂ ਪਹਿਲਾਂ ਕਈ ਵਾਰ ਅਸੀਂ ਕਈਆਂ ਦੇ ਬਾਪ, ਕਈਆਂ ਦੇ ਪੁੱਤਰ, ਕਿਸੇ ਦੇ ਚੇਲੇ ਔਰ ਕਿਸੇ ਦੇ ਉਸਤਾਦ ਰਹਿ ਚੁੱਕੇ ਹਾਂ। एक बहुत लंबा सिलसिला है। केत्यां के बाप, केत्यां के बेटे, केते गुर चेले हुए। निरे माँ बाप, ਧੀਆਂ ਪੁੱਤਰ ਹੀ ਨਹੀਂ ਰਹਿ ਚੁੱਕੇ, ਸਗੋਂ ਗੁਰੂ ਸਾਹਿਬ ਕਹਿੰਦੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਤੋ ਖੈਰ ਇਹ ਸੰਸਾਰ ਇੱਕ ਚਲਣੀ ਸਰਾਂ ਹੈ। ਜੋ ਵੀ ਇਸ ਸੰਸਾਰ ਤੇ ਆਇਆ ਹੈ ਉਸ ਨੂੰ ਇੱਕ ਨਾ ਇੱਕ ਦਿਨ ਛੱਡ ਕੇ ਜਾਣਾ ਹੀ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਸ ਜਗਤ ਤੇ ਏਡੇ ਵੱਡੇ ਵੱਡੇ ਬਾਦਸ਼ਾਹ ਹੋ ਗੁਜ਼ਰੇ, ਜਿਨ੍ਹਾਂ ਦੇ ਅਸਤਬਲ ਦੇ ਅੰਦਰ ਹਜ਼ਾਰਾਂ ਘੋੜੇ ਹਿਰਨਾਂ ਦੀਆਂ ਤਰ੍ਹਾਂ ਚੁਗੰਦੀਆਂ ਮਾਰਨ ਵਾਲੇ, ਪੌਣ ਦੇ ਵੇਗ ਨੂੰ ਪਛਾੜਨ ਵਾਲੇ ਖੜੇ ਸਨ। ਜਿਨ੍ਹਾਂ ਦੇ ਦਰ ਦੇ ਅੱਗੇ ਹਜ਼ਾਰਾਂ ਹਾਥੀ ਸੋਨੇ ਔਰ ਚਾਂਦੀ ਦੇ ਨਾਲ ਮੜੇ ਹੋਏ ਖੜੇ ਰਹਿੰਦੇ ਸਨ। ਜਿਨ੍ਹਾਂ ਨੇ ਬਹੁਤ ਵੱਡਿਆਂ ਵੱਡਿਆਂ ਬਾਦਸ਼ਾਹਾਂ ਦੇ ਦੇਸ਼ਾਂ ਨੂੰ ਦਬਾ ਲਿਆ, ਵੱਡਿਆਂ ਵੱਡਿਆਂ ਮਾਨਧਾਰੀਆਂ ਦੇ ਮਾਨ ਨੂੰ ਮਲਦਲ ਕੇ ਪੈਰਾਂ ਤਲੇ ਦਬਾ ਦਿੱਤਾ। ਆਖਿਰ ਉਹਨਾਂ ਨੂੰ ਇਹ ਸੰਸਾਰ ਛੱਡਣਾ ਪਿਆ ਔਰ ਇਸ ਸੰਸਾਰ ਤੋਂ ਨੰਗੇ ਪੈਰੀਂ ਉਹ ਚਲੇ ਗਏ। ਗੁਰਦੇਵ ਜੀ ਦਾ ਪਾਵਨ ਵਾਕ ਹੈ, ਮਾਤੇ ਮਤੰਗ ਜਰੇ ਜਰ ਸੰਗ, अनूप उतंग सुरंग सवारे, कोट तुरंग कुरंग से कूदत, पौन के गौन को जात निवारे। पारी पुजान के पूप पली बिद, न्यावत शीस न जात बिचारे। एते भय तो कहा पै भूपत, अंत को नांगे ही पाए पधारे। बाबा फरीद जी कहते बंदिया, तो आम आदमियों ਨੂੰ ਮਰਦਿਆਂ ਵੇਖਿਆ ਹੋਵੇਗਾ। ਆਮ ਮਨੁੱਖਾਂ ਦੀ ਮ੍ਰਿਤਕ ਲਾਸ਼ ਨੂੰ ਕੰਧਿਆਂ ਤੇ ਉਠਾ ਕੇ ਸ਼ਮਸ਼ਾਨ ਭੂਮੀ ਤੱਕ ਪਹੁੰਚਾ ਕੇ ਆਇਆ ਹੋਵੇਗਾ।
ਲੇਕਿਨ ਤੂੰ ਆਪਣੀ ਮੌਤ ਨਹੀਂ ਵੇਖੀ। ਇੱਕ ਦਿਨ ਐਸਾ ਵੀ ਆਵੇਗਾ ਜਦੋਂ ਤੇਰੇ ਦੋਵੇਂ ਨੇਤਰ ਖੁੱਲੇ ਹੋਣਗੇ, ਮੌਤ ਦਾ ਫਰਿਸ਼ਤਾ ਤੇਰੇ ਸਾਹਮਣੇ ਆ ਕੇ ਬੈਠੇਗਾ। ਤੂੰ ਆਪਣੀ ਮੌਤ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਸਕੇਗਾ। ਉਹ ਮੌਤ ਤੇਰੇ ਸਰੀਰ ਕਿਲੇ ਤੇ ਕਬਜ਼ਾ ਜਮਾ ਲਵੇਗੀ, ਤੇਰੇ ਹਿਰਦੇ ਘਰ ਨੂੰ ਲੁੱਟ ਲਵੇਗੀ ਔਰ ਜਾਂਦੀ ਹੋਈ ਤੇਰੇ ਦੋ ਨੇਤਰਾਂ ਨੂੰ ਵੀ ਬੁਝਾ ਜਾਏਗੀ। ਬਾਬਾ ਫਰੀਦ ਜੀ ਦਾ ਪਾਵਨ ਵਾਕ ਹੈ, ਫਰੀਦਾ ਦੋਹਾਂ ਦੀਵੀਂ ਬਲੰਦਿਆਂ, ਮਲਕ ਬਹਿਠਾ ਆਏ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਜਿੱਥੇ ਲਾਵਾਂ ਲਿਖੀਆਂ, ਨਾਲ ਅਲਾਹਣੀਆਂ ਵੀ ਲਿਖੀਆਂ ਔਰ ਬਚਨ ਕੀਤਾ, ਜਿਸ ਘਰ ਦੇ ਅੰਦਰ ਅੱਜ ਆਨੰਦ ਕਾਰਜ ਹੋ ਰਿਹਾ ਹੈ, ਅੱਜ ਵਿਆਹ ਹੋ ਰਿਹਾ ਹੈ, ਕੱਲ ਨੂੰ ਉਸ ਘਰ ਦੇ ਅੰਦਰ ਮੌਤ ਵੀ ਲਾਜ਼ਮੀ ਹੈ। ਜਿੱਥੇ ਅੱਜ ਲਾਵਾਂ ਪੜੀਆਂ ਜਾ ਰਹੀਆਂ ਨੇ, ਉੱਥੇ ਕੱਲ ਨੂੰ ਅਲਾਹਣੀਆਂ ਵੀ ਪੜੀਆਂ ਜਾਣਗੀਆਂ। ਗੁਰੂ ਸਾਹਿਬ ਨੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਲਿਖੀ, ਨਾਲ ਹੀ ਰਾਮਕਲੀ ਸਦ ਲਿਖਿਆ ਔਰ ਇਹ ਚੇਤਾਵਨੀ ਦਿੱਤੀ ਕਿ ਜਿੱਥੇ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਉਹ ਖੁਸ਼ੀਆਂ ਨਹੀਂ ਰਹਿਣਗੀਆਂ, ਆਖਿਰ ਉਹ ਗਮੀਆਂ ਦੇ ਵਿੱਚ ਤਬਦੀਲ ਹੋ ਸਕਦੀਆਂ ਨੇ। ਉੱਥੇ ਰਾਮਕਲੀ ਸਦ ਵੀ ਪੜ੍ਹਨਾ ਪਵੇਗਾ। ਭਗਤ ਕਬੀਰ ਜੀ ਨੇ ਇੱਕ ਚੇਤਾਵਨੀ ਦਿੱਤੀ, ਕਹਿਣ ਲੱਗੇ, ਡੂਬਹਿ ਗੋ ਰੇ ਬਾਪੁਰੇ, ਬਹੁ ਲੋਗਨ ਕੀ ਕਾਨ, ਪਾਰੋਸੀ ਕੈ ਜੋ ਹੁਆ, ਤੂੰ ਆਪਣੇ ਪੀ ਜਾਨ। ਅੱਜ ਪੜੋਸੀ ਦੇ ਘਰ ਵਿੱਚ ਮੌਤ ਹੋਈ ਹੈ, ਕੱਲ ਨੂੰ ਤੇਰੇ ਆਪਣੇ ਘਰ ਵਿੱਚ ਵੀ ਮੌਤ ਹੋਵੇਗੀ। ਅੱਜ ਤੂੰ ਕਿਸੇ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰ ਰਿਹਾ ਹੈ, ਕੱਲ ਨੂੰ ਕੋਈ ਤੇਰੀ ਆਤਮਿਕ ਸ਼ਾਂਤੀ ਦੀ ਅਰਦਾਸ ਵਿੱਚ ਸ਼ਾਮਲ ਹੋਵੇਗਾ। ਅੱਜ ਤੂੰ ਕਿਸੇ ਦੇ ਪਰਥਾਏ ਰਾਮਕਲੀ ਸਦ ਪੜ੍ਹ ਰਿਹਾ ਹੈ, ਕੱਲ ਨੂੰ ਕੋਈ ਤੇਰੀ ਪਰਥਾਏ ਰਾਮਕਲੀ ਸਦ ਪੜ੍ਹੇਗਾ। ਅੱਜ ਤੂੰ ਕਿਸੇ ਦੀ ਯਾਦ ਅੰਦਰ ਜੁੜ ਬੈਠਾ ਹੈ, ਕੱਲ ਨੂੰ ਕੋਈ ਤੇਰੀ ਯਾਦ ਦੇ ਅੰਦਰ ਜੁੜ ਕੇ ਬੈਠੇਗਾ। ਕਿਉਂਕਿ ਅੱਜ ਕੋਈ ਨਹੀਂ ਰਿਹਾ, ਕੱਲ ਨੂੰ ਤੂੰ ਹੀ ਇਸ ਸੰਸਾਰ ਤੇ ਨਹੀਂ ਰਹੇਗਾ। ਗੁਰਦੇਵ ਜੀ ਦਾ ਪਾਵਨ ਵਾਕ ਹੈ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀਐ। ਅਤੇ ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਇਹ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਚਾਰ ਚੁਫੇਰੇ ਮੌਤ ਦਾ ਮੰਡਲ ਹੋਵੇ, ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ। ਗੁਰੂ ਸਾਹਿਬ ਜੀ ਨੇ ਦੋ ਮਿਸਾਲਾਂ ਪਾਵਨ ਬਾਣੀ ਦੇ ਅੰਦਰ ਦਿੱਤੀਆਂ ਹਨ ਕਿ ਇਹ ਬੰਦੇ, ਤੂੰ ਹਰ ਰੋਜ਼ ਨਵੇਂ ਕੱਪੜੇ ਪਾਉਂਦਾ ਹੈ, ਲੇਕਿਨ ਤੇਰੇ ਉਹ ਨਵੇਂ ਕੱਪੜੇ ਕੁਛ ਦਿਨ ਦੇ ਅੰਦਰ ਛਿੱਜ ਕੇ ਪੁਰਾਣੇ ਹੋ ਜਾਂਦੇ ਨੇ, ਫਟ ਜਾਂਦੇ ਨੇ ਔਰ ਆਖਿਰ ਉਹ ਕੱਪੜੇ ਸੁੱਟ ਦੇਣੇ ਪੈਂਦੇ ਨੇ। ਜਿਵੇਂ ਤੇਰੇ ਨਵੇਂ ਕੱਪੜੇ ਛਿੱਜ ਕੇ ਫਟ ਜਾਂਦੇ ਨੇ, ਤਿਵੇਂ ਆਖਿਰ ਤੇਰਾ ਇਹ ਜੀਵਨ ਵੀ ਇੱਕ ਦਿਨ ਮੁੱਕ ਜਾਏਗਾ। ਤੂੰ ਹਰ ਰੋਜ਼ ਨਵੀਆਂ ਦੀਵਾਰਾਂ ਬਣਾ ਰਿਹਾ ਹੈ, ਦੀਵਾਰ ਦੇ ਉੱਤੇ ਦੌੜ ਕਿਤਨੇ ਕੁ ਲੰਬੀ ਹੋ ਸਕਦੀ ਹੈ, ਕਿਉਂਕਿ ਦੀਵਾਰ ਦਾ ਆਖਿਰ ਅੰਤ ਆ ਜਾਂਦਾ ਹੈ। ਜਿਸ ਤਰ੍ਹਾਂ ਦੀਵਾਰ ਦਾ ਅੰਤ ਆ ਜਾਂਦਾ ਹੈ, ਉਸੇ ਤਰ੍ਹਾਂ ਤੇਰੇ ਜੀਵਨ ਦਾ ਵੀ ਇੱਕ ਦਿਨ ਅੰਤ ਆ ਜਾਏਗਾ। ਗੁਰਦੇਵ ਦੀ ਪਾਵਨ ਬਾਣੀ ਦਾ ਵਾਕ ਹੈ, ਪੀਤ ਊਪਰੇ ਕੇਤਕ ਧਾਈਐ, ਅੰਤ ਓੜ ਕੋ ਆਹਾ। ਅਤੇ ਗੁਰਦੇਵ ਕਹਿੰਦੇ, ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ ਚਾਰ ਪੁਰਾਹਾ। ਤੋ ਖੈਰ ਇਸ ਸੰਸਾਰ ਤੋਂ ਇੱਕ ਦਿਨ ਸਭ ਨੂੰ ਹੀ ਚੱਲਣਾ ਪਵੇਗਾ। ਤੋ ਆਓ ਸਮਝਣ ਦਾ ਯਤਨ ਕਰੀਏ, ਮੌਤ ਕੀ ਹੈ। ਵਾਸਤਵ ਦੇ ਅੰਦਰ ਜੀਵਨ ਹੈ ਆਤਮਾ ਔਰ ਸਰੀਰ ਦਾ ਮਿਲਾਪ, ਤੇ ਮੌਤ ਹੈ ਆਤਮਾ ਔਰ ਸਰੀਰ ਦਾ ਵਿਛੋੜਾ। ਜਦੋਂ ਅਸੀਂ ਗੁਰਦੇਵ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਇੱਕ ਪੰਕਤੀ ਸਾਹਮਣੇ ਆਉਂਦੀ ਹੈ, ਨਾ ਕੋ ਮਰੈ ਨਾ ਆਵੈ ਜਾਈ, ਨਾ ਹੀ ਕੋਈ ਮਰਦਾ ਹੈ, ਨਾ ਹੀ ਕੋਈ ਆਉਂਦਾ ਹੈ ਔਰ ਨਾ ਹੀ ਕੋਈ ਜਾਂਦਾ ਹੈ। ਜਦੋਂ ਅਸੀਂ ਸੰਸਾਰ ਵੱਲ ਝਾਤ ਮਾਰਦੇ ਹਾਂ ਤਾਂ ਹਰ ਰੋਜ਼ ਨਵੇਂ ਬੱਚੇ ਜਨਮ ਵੀ ਲੈ ਰਹੇ ਨੇ ਔਰ ਇਸ ਸੰਸਾਰ ਤੇ ਅਨੇਕਾਂ ਮੌਤਾਂ ਵੀ ਹੋ ਰਹੀਆਂ ਨੇ। ਤਾਂ ਇਸ ਪੰਕਤੀ ਨੂੰ ਸਮਝਣ ਦਾ ਯਤਨ ਕਰੀਏ, ਨਾ ਕੋ ਮਰੈ ਨਾ ਆਵੈ ਜਾਈ। ਤਾਂ ਗੁਰਦੇਵ ਜੀ ਬਚਨ ਕਰਦੇ ਨੇ, ਪੰਜ ਤੱਤਾਂ ਤੋਂ ਇਹ ਸਰੀਰ ਬਣਿਆ। ਜਦੋਂ ਇਹ ਸਰੀਰ ਨਹੀਂ ਸੀ, ਪੰਜ ਤੱਤ ਉਦੋਂ ਵੀ ਮੌਜੂਦ ਸੀ। ਜਿਸ ਦਿਨ ਇਹ ਸਰੀਰ ਮ੍ਰਿਤਕ ਹੋਵੇਗਾ, ਇਸ ਸਰੀਰ ਨੂੰ ਜਲਾਇਆ ਜਾਏਗਾ। ਸਰੀਰ ਦੇ ਅੰਦਰ ਜੋ ਪਾਣੀ ਹੈ ਉਹ ਵਾਸ਼ਪ ਬਣ ਕੇ ਪਾਣੀ ਦਾ ਹਿੱਸਾ ਪਾਣੀ ਵਿੱਚ ਮਿਲੇਗਾ
ਸਰੀਰ ਦੀ ਮਿੱਟੀ ਮਿੱਟੀ ਵਿੱਚ ਮਿਲ ਜਾਏਗੀ, ਹਵਾ ਹਵਾ, ਆਕਾਸ਼ ਆਕਾਸ਼ ਦੇ ਅੰਦਰ, ਔਰ ਅਗਨੀ ਦਾ ਤੱਤ ਅਗਨੀ ਦੇ ਅੰਦਰ ਸਮਾ ਜਾਏਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਇਹ ਪੰਜ ਤੱਤ ਆਪਣੇ ਮਹਾਨ ਪੰਜ ਤੱਤਾਂ ਦੇ ਅੰਦਰ ਸਮਾ ਜਾਣਗੇ। ਤੇ ਜੋ ਆਤਮਾ ਹੈ ਉਸ ਬਾਰੇ ਧਰਮ ਕਹਿੰਦਾ ਹੈ ਅਜ਼ਰ ਔਰ ਅਮਰ ਹੈ, ਉਸ ਮਾਲਕ ਪ੍ਰਮਾਤਮਾ ਦਾ ਅੰਸ਼ ਹੈ। ਕਹੋ ਕਬੀਰ ਇਹ RAM ਕੀ ਅੰਸ਼, ਜਸ ਕਾਗਦ ਪਰ ਮਿਟੈ ਨਾਮੰਸ। ਤੋ ਆਤਮਾ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕਿਸੇ ਸਰੀਰ ਅੰਦਰ ਪੈ ਜਾਵੇਗੀ, ਔਰ ਜਿਸ ਨੇ ਚਿੰਤਨ ਅਤੇ ਸਿਮਰਨ ਕੀਤਾ ਹੈ ਉਹ ਆਤਮਾ ਪ੍ਰਭੂ ਪਰਮਾਤਮਾ ਦੇ ਵਿੱਚ ਸਦਾ ਸਦਾ ਵਾਸਤੇ ਸਮਾ ਜਾਏਗੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਮੌਤ ਜੀਵਨ ਦਾ ਅੰਤ ਨਹੀਂ ਹੈ, ਮੌਤ ਜੀਵਨ ਦਾ ਬਦਲਾਵ ਹੈ। ਇੱਕ ਸਰੀਰ ਨੂੰ ਤਿਆਗ ਕੇ ਦੂਜੇ ਸਰੀਰ ਦੇ ਅੰਦਰ ਪ੍ਰਵੇਸ਼ ਕਰਨਾ ਹੈ। ਤੋ ਖੈਰ ਮਰਨ ਤੋਂ ਬਾਅਦ ਨਰਕ ਔਰ ਸਵਰਗ ਆਦਿਕ ਮੰਨੇ ਗਏ ਨੇ। ਆਓ ਥੋੜੀ ਵਿਚਾਰ ਇਹਨਾਂ ਬਾਰੇ ਕਰਨ ਦਾ ਯਤਨ ਕਰੀਏ। ਹਿੰਦੂ ਧਰਮ ਅਨੁਸਾਰ ਮਰਨ ਤੋਂ ਬਾਅਦ ਚੰਗੇ ਕਰਮ ਕਰਨ ਵਾਲਿਆਂ ਨੂੰ ਸਵਰਗ ਔਰ ਮਾੜੇ ਕਰਮ ਕਰਨ ਵਾਲਿਆਂ ਨੂੰ ਨਰਕ ਦੇ ਅੰਦਰ ਪੈਣਾ ਪੈਂਦਾ ਹੈ। ਇਸੇ ਤਰ੍ਹਾਂ ਇਸਲਾਮ ਧਰਮ ਮੁਤਾਬਕ ਜੋ ਇਸਲਾਮ ਤੇ ਈਮਾਨ ਲਿਆਉਂਦਾ ਹੈ ਉਹ ਜੰਨਤ ਵਿੱਚ ਜਾਂਦਾ ਹੈ, ਔਰ ਜੋ ਇਸਲਾਮ ਤੇ ਈਮਾਨ ਨਹੀਂ ਲਿਆਉਂਦਾ ਉਸ ਨੂੰ ਦੋਜ਼ਖ ਦੀ ਅਗਨ ਦੇ ਅੰਦਰ ਸੜਨਾ ਪੈਂਦਾ ਹੈ। ਤੋ ਧਾਰਮਿਕ ਦੁਨੀਆ ਦੇ ਅੰਦਰ ਕਿਸੇ ਧਰਮ ਦੇ ਅੰਦਰ ਸਵਰਗ ਔਰ ਜੰਨਤ ਦਾ ਲਾਲਚ ਦਿੱਤਾ ਗਿਆ ਹੈ ਮਨੁੱਖ ਨੂੰ, ਔਰ ਕਿਤੇ ਇਸ ਨੂੰ ਦੋਜ਼ਖ ਔਰ ਨਰਕ ਦਾ ਡਰ ਔਰ ਡਰਾਵਾ ਦਿੱਤਾ ਗਿਆ ਹੈ। ਲੇਕਿਨ ਗੁਰਮਤ ਨੇ ਸਵਰਗ ਔਰ ਨਰਕ ਦੋਹਾਂ ਨੂੰ ਹੀ ਰੱਦ ਕੀਤਾ ਹੈ। ਕਬੀਰ ਜੀ ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਕਬੀਰ ਜੀ ਕਹਿੰਦੇ ਕੀ ਵਿਚਾਰਾ ਨਰਕ ਔਰ ਕੀ ਸਵਰਗ, ਮੈਂ ਇਹਨਾਂ ਦੋਵਾਂ ਨੂੰ ਹੀ ਰੱਦ ਕਰਦਾ ਹਾਂ। ਮੈਂ ਤਾਂ ਆਪਣੇ ਗੁਰੂ ਦੀ ਕਿਰਪਾ ਰਹਿਮਤ ਔਰ ਬਖਸ਼ਿਸ਼ ਸਦਕਾ ਕਿਸੇ ਦੀ ਕਾਣ ਔਰ ਮੁਥਾਜੀ ਨਹੀਂ ਕੱਢਦਾ ਹਾਂ। ਗੁਰਦੇਵ ਦੀ ਬਾਣੀ ਮੁਤਾਬਕ ਸਿੱਖ ਨੇ ਸਵਰਗ ਦੇ ਵਿੱਚ ਜਾਣ ਦੀ ਲਾਲਸਾ ਨਹੀਂ ਰੱਖਣੀ ਔਰ ਨਰਕ ਦੇ ਅੰਦਰ ਪੈਣ ਤੋਂ ਡਰਨਾ ਨਹੀਂ ਹੈ। ਗੁਰਦੇਵ ਜੀ ਦਾ ਪਾਵਨ ਵਾਕ ਸੁਰਗ ਬਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨਹਿ ਨਾ ਕੀਜੈ ਆਸ। ਕਬੀਰ ਜੀ ਤੋਂ ਪੁੱਛੀਏ ਕਬੀਰ ਜੀ ਆਪ ਨਰਕ ਔਰ ਸਵਰਗ ਦੇ ਡਰ ਔਰ ਭੈ ਤੋਂ ਕਿਵੇਂ ਬਚੇ, ਤਾਂ ਕਬੀਰ ਜੀ ਕਹਿੰਦੇ ਨੇ ਸਵਰਗ ਨਰਕ ਤੋਂ ਮੈਂ ਗੁਰੂ ਦੀ ਰਹਿਮਤ ਦੇ ਨਾਲ ਬਚਿਆ। ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ, ਰਹੋ ਅੰਤ ਔਰ ਆਦ। ਕਬੀਰ ਜੀ ਤੋਂ ਪੁੱਛਿਆ ਗਿਆ ਕਿ ਪ੍ਰਭੂ ਪਰਮਾਤਮਾ ਦੀ ਚਰਨ ਕਮਲ ਦੇ ਵਿੱਚ ਜੁੜਨ ਦੀ ਜੋ ਮੌਜ ਔਰ ਆਨੰਦ ਹੈ ਉਹ ਕੀ ਹੈ, ਉਸ ਦਾ ਕੋਈ ਅਨੁਮਾਨ ਲਗਾ ਕੇ ਦੱਸੋ। ਤਾਂ ਕਬੀਰ ਜੀ ਕਹਿੰਦੇ ਨੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਅੰਦਰ ਜੁੜਨ ਦਾ ਜੋ ਆਨੰਦ ਹੈ ਉਸ ਨੂੰ ਕਿਹਾ ਨਹੀਂ ਜਾ ਸਕਦਾ, ਕੇਵਲ ਔਰ ਕੇਵਲ ਮਾਣਿਆ ਜਾ ਸਕਦਾ ਹੈ। ਤੋ ਇਸ ਤਰ੍ਹਾਂ ਸਵਾਲ ਪੈਦਾ ਹੋਵੇਗਾ ਜੇ ਸਿੱਖ ਨੇ ਨਰਕ ਵਿੱਚ ਪੈਣ ਤੋਂ ਡਰਨਾ ਨਹੀਂ ਔਰ ਸਵਰਗ ਦੇ ਅੰਦਰ ਜਾਣ ਦੀ ਲਾਲਸਾ ਵੀ ਨਹੀਂ ਕਰਨੀ, ਤਾਂ ਫਿਰ ਸਿੱਖ ਦਾ ਮਾਰਗ ਕੀ ਹੈ, ਰਾਸਤਾ ਕੀ ਹੈ, ਇਸ ਦੀ ਮੰਜ਼ਿਲ ਕੀ ਹੈ। ਤੋ ਸਿੱਖ ਦੀ ਮੰਜ਼ਿਲ ਹੈ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਅੰਦਰ ਅਭੇਦ ਹੋ ਜਾਣਾ, ਗੁਣ ਗਾਉਂਦਿਆਂ ਉਸ ਗੁਣੀ ਪਰਮਾਤਮਾ ਦੇ ਅੰਦਰ ਸਮਾ ਜਾਣਾ, ਜਿਸ ਬਾਰੇ ਭਗਤ ਕਬੀਰ ਜੀ ਕਥਨ ਕਰਦੇ ਨੇ ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰਿਨ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਉਸ ਮਾਲਕ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਣਾ ਹੈ। ਤੋ ਮਰਨ ਤੋਂ ਬਾਅਦ ਮੁਕਤੀ ਕੀ ਹੈ, ਥੋੜੀ ਵਿਚਾਰ ਇਸ ਬਾਰੇ ਵੀ ਕਰਨ ਦਾ ਯਤਨ ਕਰੀਏ ਕਿ ਮਰਨ ਤੋਂ ਬਾਅਦ ਕਿਸੇ ਨੂੰ ਮੁਕਤੀ ਮਿਲਦੀ ਹੈ। ਤਾਂ ਗੁਰਬਾਣੀ ਅਨੁਸਾਰ ਮਰਨ ਤੋਂ ਬਾਅਦ ਕਦੇ ਵੀ ਕੋਈ ਮੁਕਤ ਨਹੀਂ ਹੋਇਆ ਔਰ ਨਾ ਹੀ ਮਰਨ ਤੋਂ ਬਾਅਦ ਕਿਸੇ ਨੂੰ ਮੁਕਤੀ ਮਿਲਦੀ ਹੈ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ, ਮਰਨ ਤੋਂ ਬਾਅਦ ਮੁਕਤੀ ਕਿਸਨੇ ਪਾਈ ਹੈ, ਭਾਵ ਕਿਸੇ ਨੇ ਵੀ ਨਹੀਂ ਪਾਈ।
ਗੁਰਮਤ ਨੇ ਜਗਤ ਦੀ ਝੋਲੀ ਦੇ ਅੰਦਰ ਜੀਵਨ ਮੁਕਤੀ ਦਾ ਸਿਧਾਂਤ ਪਾਇਆ ਹੈ। ਜੋ ਵੀ ਮੁਕਤ ਹੋਇਆ ਹੈ ਉਹ ਜਿਉਂਦੇ ਜੀ ਹੀ ਮੁਕਤ ਹੋਇਆ ਹੈ। ਤੇ ਜੀਵਤ ਜੋ ਜੀਵਨ ਮੁਕਤੀ ਹੈ ਉਸ ਦੇ ਲੱਛਣ ਕੀ ਨੇ, ਉਸ ਇਨਸਾਨ ਦਾ ਜੀਵਨ ਕੈਸਾ ਹੈ। ਗੁਰੂ ਸਾਹਿਬ ਬਚਨ ਕਰਦੇ ਨੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਹਿ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੀਵਨ ਮੁਕਤ ਪੁਰਸ਼ ਉਹ ਹੈ ਜੋ ਦੁੱਖ ਦੇ ਅੰਦਰ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ। ਤਾਂ ਕਿ ਐਸਾ ਹੋ ਸਕਦਾ ਹੈ ਕਿ ਕੋਈ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ, ਤਾਂ ਆਓ ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਕਰਨ ਦਾ ਯਤਨ ਕਰਾਂ। ਮੀਰ ਮੰਨੂ ਦੇ ਜੇਲ੍ਹ ਦੇ ਅੰਦਰ ਕੁਝ ਨੌਜਵਾਨ ਭੈਣਾਂ ਔਰ ਬਜ਼ੁਰਗ ਮਾਤਾਵਾਂ ਨੂੰ ਕੈਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਾਰਾ ਦਿਨ ਸਵਾ ਮਨ ਚੱਕੀ ਦੇ ਉੱਤੇ ਪੀਸਣਾ ਪੀਣਾ ਪੈਂਦਾ ਹੈ ਔਰ ਖਾਣ ਵਾਸਤੇ ਇੱਕ ਪ੍ਰਸ਼ਾਦਾ ਅਤੇ ਪੀਣ ਲਈ ਇੱਕ ਗਿਲਾਸ ਪਾਣੀ ਦਿੱਤਾ ਜਾਂਦਾ ਹੈ। ਇਹਨਾਂ ਭੈਣਾਂ ਦੀਆਂ ਗੋਦਾਂ ਦੇ ਅੰਦਰ ਕੁਝ ਮਾਸੂਮ ਬੱਚੇ ਵੀ ਨੇ। ਸਾਰਾ ਦਿਨ ਗਰਮੀ ਦੇ ਮੌਸਮ ਵਿੱਚ ਚੱਕੀਆਂ ਚਲਾ ਕੇ ਰਾਤ ਨੂੰ ਸ਼ਾਮ ਪਈ ਰਹਿਰਾਸ ਦਾ ਪਾਠ ਕਰ ਇਹ ਭੈਣਾਂ ਅਰਦਾਸ ਕਰਦੀਆਂ ਨੇ, ਹੇ ਪ੍ਰਭੂ, 4 ਪਹਿਰ ਦਿਨ ਤੇਰੇ ਭਾਣੇ ਦੇ ਅੰਦਰ ਆਨੰਦ ਨਾਲ ਬੀਤਿਆ, 4 ਪਹਿਰ ਰਾਤ ਆਈ ਆਪਣੇ ਭਾਣੇ ਵਿੱਚ ਆਨੰਦ ਦੇ ਨਾਲ ਬਿਤਾਈ। ਜਦੋਂ ਕਿਸੇ ਜਲਾਦ ਪਹਿਰੇਦਾਰ ਨੇ ਇਹ ਅਰਦਾਸ ਸੁਣੀ, ਖਾਨ ਬਹਾਦਰ ਨੂੰ ਜਾ ਕੇ ਦੱਸਿਆ, ਜਿਨ੍ਹਾਂ ਸਿੱਖ ਬੀਬੀਆਂ ਨੂੰ ਤੂੰ ਦੁਖੀ ਕਰਨਾ ਚਾਹੁੰਦਾ ਹੈ ਤਸੀਹੇ ਦੇ ਕੇ, ਉਹ ਤੇਰੇ ਤਸੀਹਾਂ ਦੇ ਨਾਲ ਦੁਖੀ ਨਹੀਂ ਹਨ, ਉਹ ਭਾਣੇ ਔਰ ਆਨੰਦ ਦੀ ਬਾਤ ਕਰਦੀਆਂ ਨੇ। ਖਾਨ ਬਹਾਦਰ ਕਹਿਣ ਲੱਗਾ, ਮੈਂ ਮਜਬੂਰ ਕਰ ਦੇਵਾਂਗਾ ਇਹਨਾਂ ਬੀਬੀਆਂ ਨੂੰ ਰੋਣ ਵਾਸਤੇ ਔਰ ਦੁਖੀ ਕਰਕੇ ਹੀ ਰਹਾਂਗਾ। ਇਹ ਕਹਿ ਉੱਠਣਗੀਆਂ, ਚਿਲਾ ਉੱਠਣਗੀਆਂ ਕਿ ਅਸੀਂ ਦੁਖੀ ਹਾਂ। ਅੱਜ ਰਾਤ ਨੂੰ ਤਸੀਹੇ ਵਧਾਏ ਗਏ ਨੇ। ਕੁਝ ਬੀਬੀਆਂ ਦੀਆਂ ਛਾਤੀਆਂ ਤੇ ਸਵਾ ਮਣ ਦੇ ਪੱਥਰ ਰੱਖੇ ਗਏ ਨੇ ਔਰ ਕੁਝ ਮਾਸੂਮ ਬੱਚਿਆਂ ਦੀਆਂ ਛਾਤੀਆਂ ਤੇ ਚੱਕੀਆਂ ਦੇ ਪੁੜ ਰੱਖ ਦਿੱਤੇ ਗਏ ਨੇ। ਇਹ ਮਾਸੂਮ ਬੱਚੇ ਚਿੱਲਾ ਕੇ ਸ਼ਹੀਦ ਹੋ ਗਏ। 1-2 ਬੀਬੀਆਂ ਵੀ ਪ੍ਰਾਣ ਤਿਆਗ ਗਈਆਂ। ਸਵੇਰੇ ਅੰਮ੍ਰਿਤ ਵੇਲਾ ਹੋਇਆ, ਅਰਦਾਸ ਕੀਤੀ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਕਿ ਹੇ ਸਤਿਗੁਰੂ, 4 ਪਹਿਰ ਰਾਤ ਤੇਰੇ ਭਾਣੇ ਅੰਦਰ ਆਨੰਦ ਨਾਲ ਬੀਤੀ ਹੈ, 4 ਪਹਿਰ ਦਿਨ ਆਏ ਭਾਣੇ ਵਿੱਚ ਆਨੰਦ ਦੇ ਨਾਲ ਬਿਤਾਈ। ਹੁਣ ਇਹ ਭਾਣਾ ਕੀ ਹੈ, ਆਨੰਦ ਕੀ ਹੈ, ਇਸ ਨੂੰ ਕੇਵਲ ਇੱਕ ਸਿੱਖ ਹੀ ਸਮਝ ਸਕਦਾ ਹੈ, ਕਿਉਂਕਿ ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਅਤੇ ਆਨੰਦ ਵੀ ਕੋਈ ਗੁਰੂ ਤੋਂ ਹੀ ਜਾਣ ਸਕੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਅੱਜ ਦਿਨ ਚੜਿਆ, 1.25 ਮਣ ਪੀਸਣ ਵਾਸਤੇ ਦਾ ਅਨਾਜ ਦਿੱਤਾ ਗਿਆ ਹੈ ਔਰ ਅੱਜ ਇਸ ਜੇਲ੍ਹ ਖਾਨੇ ਦੇ ਅੰਦਰ ਕੁਝ ਜਲਾਦ ਤਲਵਾਰ, ਨੇਜੇ, ਬਰਛੇ ਔਰ ਭਾਲੇ ਲੈ ਕੇ ਆਏ ਨੇ। ਚੱਕੀ ਚਲਾ ਰਹੀ ਇੱਕ ਨੌਜਵਾਨ ਭੈਣ ਦੀ ਗੋਦ ਦੇ ਅੰਦਰੋਂ ਕੋਈ 6 ਮਹੀਨੇ ਦਾ ਬੱਚਾ ਬੜੀ ਬੇਦਰਦੀ ਦੇ ਨਾਲ ਜਲਾਦ ਨੇ ਖੋਇਆ, ਲੱਤ ਤੋਂ ਪਕੜ ਕੇ ਆਕਾਸ਼ ਵਿੱਚ ਲਟਕਾਇਆ। ਤਲਵਾਰ ਚਲੀ ਔਰ ਇਸ ਬੱਚੇ ਦੀ ਇੱਕ ਬਾਜੂ ਕੱਟ ਦਿੱਤੀ। ਬੱਚਾ ਦਰਦ ਦੇ ਨਾਲ ਚਿल्लाया, ਖੂਨ ਦੇ ਫੁਹਾਰੇ ਚੱਲੇ। ਇਸ ਜਲਾਦ ਨੇ ਬੱਚੇ ਦੀਆਂ ਦੋਵੇਂ ਲੱਤਾਂ ਔਰ ਬਾਜੂ ਕੱਟ ਕੇ ਮਾਂ ਦੀ ਝੋਲੀ ਅੰਦਰ ਸੁੱਟ ਦਿੱਤਾ। ਮਾਂ ਚੱਕੀ ਚਲਾਉਂਦੀ ਹੋਈ ਗਾ ਰਹੀ ਹੈ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਥੇ ਹੀ ਬਸ ਨਹੀਂ, ਜਲਾਦ ਅੱਗੇ ਵਧਿਆ। ਇੱਕ ਮਾਂ ਦੀ ਗੋਦ ਦੇ ਅੰਦਰੋਂ ਕੋਈ ਸਾਲ ਦਾ ਬੱਚਾ ਖੋਇਆ ਔਰ ਆਕਾਸ਼ ਦੇ ਅੰਦਰ ਵਗਾ ਕੇ ਮਾਰਿਆ। ਜਦ ਬੱਚਾ ਥੱਲੇ ਗਿਰ ਰਿਹਾ ਸੀ, ਥੱਲੇ ਨੇਜਾ ਕਰ ਦਿੱਤਾ। ਬੱਚਾ ਨੇਜੇ ਵਿੱਚ ਪਰੁੱਚ ਗਿਆ। ਨੇਜੇ ਦੇ ਅੰਦਰ ਪਰੁੱਚਿਆ ਬੱਚਾ ਤੜਫ ਰਿਹਾ ਹੈ ਤੇ ਮਾਂ ਗਾ ਰਹੀ ਹੈ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਹੋਰ ਜਲਾਦ ਅਗਾਂਹ ਵਧਿਆ। ਮਾਂ ਦੀ ਗੋਦ ਵਿੱਚੋਂ ਇੱਕ ਮਾਸੂਮ ਬੱਚੇ ਨੂੰ ਖੋਇਆ, ਪੇਟ ਦੇ ਅੰਦਰ ਛੁਰਾ ਮਾਰਿਆ।
ਪੇਟ ਨੂੰ ਫਾੜ ਕੇ ਆਂਦਰਾਂ ਕੱਢ ਕੇ ਮਾਂ ਦੇ ਗਲੇ ਵਿੱਚ ਹਾਰ ਪਾ ਦਿੱਤਾ ਹੈ ਆਂਦਰਾਂ ਦਾ, ਤੇ ਮਾਂ ਫਿਰ ਵੀ ਗਾ ਰਹੀ ਹੈ, ਤੇਰਾ ਕੀਆ ਮੀਠਾ ਲੱਗੈ। ਇੱਕ ਜਲਾਦ ਹੋਰ ਅਗਾਂਹ ਵਧਿਆ, ਮਾਂ ਦੀ ਗੋਦ 'ਚੋਂ ਬੱਚਾ ਖੋਇਆ, ਛਾਤੀ ਤੇ ਪੈਰ ਰੱਖ ਕੇ ਬੱਚੇ ਦੇ ਪੈਰਾਂ ਦੇ ਉੱਤੇ ਟੋਕਾ ਮਾਰ ਕੇ ਟੁਕੜੇ ਕੀਤਾ ਔਰ ਟੁਕੜੇ ਟੁਕੜੇ ਕਰਕੇ ਟੁਕੜਿਆਂ ਦਾ ਹਾਰ ਮਾਂ ਦੇ ਗਲ ਵਿੱਚ ਪਾ ਦਿੱਤਾ ਹੈ। ਮਾਂ ਫਿਰ ਵੀ ਗਾ ਰਹੀ ਹੈ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਹੈ ਪ੍ਰਭੂ ਪਰਮਾਤਮਾ ਦੇ ਭਾਣੇ ਨੂੰ ਮੰਨਣਾ ਔਰ ਦੁੱਖ ਨੂੰ ਦੁੱਖ ਕਰਕੇ ਨਾ ਜਾਣਨਾ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਜੀਵਨ ਮੁਕਤ ਪੁਰਸ਼ ਉਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਹਾਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਾਗਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ, ਤਿਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਹਦੇ ਤੇ ਗੁਰੂ ਰਹਿਮਤ ਕਰਦਾ ਹੈ ਉਹ ਗੁਰੂ ਤੋਂ ਐਸੀ ਜੀਵਨ ਜੁਗਤ ਪ੍ਰਾਪਤ ਕਰਦਾ ਹੈ ਔਰ ਐਸੀ ਜੀਵਨ ਜੁਗਤ ਨੂੰ ਜੀਂਦਿਆਂ ਹੋਇਆਂ ਉਹ ਗੁਣੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਿਆਂ ਗੁਣੀ ਪ੍ਰਭੂ ਪਰਮਾਤਮਾ ਦੇ ਵਿੱਚ ਇੰਜ ਸਮਾ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਦੇ ਅੰਦਰ ਪਾਣੀ ਸਮਾ ਜਾਂਦਾ ਹੈ। ਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਸਿੱਖ ਦਾ ਮਾਰਗ ਹੈ, ਸਿੱਖ ਦੀ ਮੰਜ਼ਿਲ ਹੈ ਉਸ ਪ੍ਰਭੂ ਪਰਮਾਤਮਾ ਦੇ ਅੰਦਰ ਲੀਨ ਹੋ ਜਾਣਾ। ਆਓ ਥੋੜੀ ਜੀ ਵਿਚਾਰ 2 ਮਿੰਟ ਦੀ ਕਿ ਅਸੀਂ ਮ੍ਰਿਤਕ ਸੰਸਕਾਰ ਨੂੰ ਕਿਸ ਢੰਗ ਦੇ ਨਾਲ ਨਿਭਾਉਣ ਦਾ ਯਤਨ ਕਰਨਾ ਹੈ ਸਿੱਖ ਰਹਿਤ ਮਰਿਆਦਾ ਮੁਤਾਬਕ। ਅਸੀਂ ਦੇਖਦੇ ਹਾਂ ਕਿਸੇ ਵੀ ਮ੍ਰਿਤਕ ਦੇ ਭੋਗ ਦੇ ਸਮੇਂ ਮੰਜਾ, ਬਿਸਤਰਾ, ਬਰਤਨ, ਬਸਤਰ ਔਰ ਰਸਤਾਂ ਆਦਿ ਦਿੱਤੀਆਂ ਜਾਂਦੀਆਂ ਹਨ ਅਤੇ ਸੋਚਿਆ ਜਾਂਦਾ ਹੈ ਸ਼ਾਇਦ ਇਹਨਾਂ ਦਿੱਤੀਆਂ ਵਸਤੂਆਂ ਦਾ ਫਲ ਅੱਗੇ ਕਿਸੇ ਆਤਮਾ ਨੂੰ ਮਿਲੇਗਾ। ਪਰ ਗੁਰਦੇਵ ਪਾਤਸ਼ਾਹ ਬਚਨ ਕਰਦੇ ਨੇ, ਇਹ ਨਿਰਰਥਕ ਕਰਮ ਹੈ ਔਰ ਇੱਕ ਵਹਿਮ ਅਤੇ ਅੰਧ ਵਿਸ਼ਵਾਸ ਤੋਂ ਸਿਵਾ ਕੁਝ ਵੀ ਨਹੀਂ ਹੈ। ਗੁਰਦੇਵ ਨੇ ਇੱਕ ਬ੍ਰਾਹਮਣ ਤੇ ਵਿਅੰਗ ਕੀਤਾ, ਕਹਿਣ ਲੱਗੇ ਜੇ ਕੋਈ ਚੋਰੀ ਸਾਮਾਨ ਕਰਕੇ ਲਿਆਉਂਦਾ ਹੈ ਔਰ ਕਿਸੇ ਦਾ ਚੋਰੀ ਕੀਤੀਆਂ ਹੋਈਆਂ ਵਸਤੂਆਂ ਆਪਣੇ ਪਿਤਰਾਂ ਵਾਸਤੇ ਕਿਸੇ ਬ੍ਰਾਹਮਣ ਜਾਂ ਧਰਮ ਪ੍ਰਚਾਰਕ ਨੂੰ ਦਿੰਦਾ ਹੈ ਔਰ ਉਹ ਸੋਚਦਾ ਹੈ ਕਿ ਅੱਗੇ ਵਸਤੂਆਂ ਪਹੁੰਚਣਗੀਆਂ, ਤਾਂ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਤਾਂ ਉਹ ਆਪਣੇ ਪਿਤਰਾਂ ਨੂੰ ਹੀ ਚੋਰ ਬਣਾਵੇਗਾ। ਜੇ ਮੁਹਾਕਾ ਕਰਮ ਹੋਇਆ, ਕਰਮ ਹੋਏ ਪਿਤਰੀ ਦੇ ਅੱਗੇ ਵਸਤ ਸਿਨਾਣੀਐ, ਪਿਤਰੀ ਚੋਰ ਕਰੇ। ਜਿਨ੍ਹਾਂ ਦੀਆਂ ਚੋਰੀ ਕਰਕੇ ਵਸਤੂਆਂ ਲਿਆਇਆ ਉਹਨਾਂ ਦੇ ਪਿਤਰ ਵੀ ਅੱਗੇ ਹੋਣਗੇ, ਉਹਨਾਂ ਵਸਤੂਆਂ ਨੂੰ ਪਹਿਚਾਨ ਲੈਣਗੇ। ਇਸ ਤਰ੍ਹਾਂ ਆਪਣੇ ਪਿਤਰਾਂ ਨੂੰ ਹੀ ਉਹ ਚੋਰ ਬਣਾਏਗਾ। ਤੇ ਗੁਰੂ ਸਾਹਿਬ ਕਹਿੰਦੇ ਵੱਡੀਆਂ ਹੱਥ ਦਲਾਲ ਕੇ ਮੁਸਪੀ ਇਹ ਕਰੇ। ਜੋ ਦਲਾਲ ਇਹ ਕਹਿੰਦਾ ਹੈ ਕਿ ਇਹ ਵਸਤੂਆਂ ਅੱਗੇ ਮਿਲਣਗੀਆਂ, ਉਸ ਤੇ ਵੀ ਹੱਥ ਰੱਬ ਦੀ ਦਰਗਾਹ ਦੇ ਅੰਦਰ ਵੱਢੇ ਜਾਣਗੇ। ਇਸ ਤਰ੍ਹਾਂ ਗੁਰਦੇਵ ਜੀ ਕਹਿਣ ਲੱਗੇ, ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਕਾਲੇ ਦੇ ਆਪਣੇ ਹੱਥਾਂ ਦੇ ਨਾਲ 10 ਨਵਾਂ ਦੀ ਧਰਮ ਦੀ ਕਿਰਤ ਕਮਾਈ ਕਰਕੇ ਜੋ ਉਸ ਵਿੱਚ ਉਹ ਦਸਵੰਧ ਕੱਢ ਧਰਮ ਲੇਖੇ ਲਗਾਉਂਦਾ ਹੈ, ਉਸ ਦਾ ਹੀ ਫਲ ਇਸ ਨੂੰ ਮਿਲ ਸਕਦਾ ਹੈ। ਤੋ ਇੱਥੇ ਹੀ ਖਿਮਾ ਦੇ ਜਾਚਕ ਹਾਂ। ਆਖਿਰ ਇਸ ਵਿਚਾਰ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਜਗਤ ਤੇ ਜੋ ਵੀ ਆਇਆ ਹੈ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ। ਜੀਵਨ ਦਾ ਅੰਤ ਨਿਸ਼ਚਿਤ ਹੈ, ਮੌਤ ਸਭ ਨੂੰ ਆਵੇਗੀ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਲਈ ਕੁਝ ਐਸੇ ਯਤਨ ਕਰਨੇ ਚਾਹੀਦੇ ਨੇ ਕਿ ਅਸੀਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੀਏ, ਗੁਰੂ ਦਰਸਾਏ ਮਾਰਗ ਤੇ ਚੱਲੀਏ ਔਰ ਗੁਣ ਗਾਉਂਦਿਆਂ ਉਸ ਗੁਣੀ ਪ੍ਰਮਾਤਮਾ ਦੇ ਅੰਦਰ ਅਪੇਧ ਹੋ ਜਾਈਏ ਅਤੇ ਜਨਮ ਮਰਨ ਤੋਂ ਰਹਿਤ ਹੋ ਜਾਈਏ। ਅਤੇ ਇਸ ਗੱਲ ਨੂੰ ਸਮਝੀਏ, ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੇ ਬੂਝ ਸਮਾਵੇਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।